सबसे जोर से तालियों के साथ उज्जीवित परमेश्वर प्रभु यीशु मसीह के नाम को महिमा दें। हमारा विश्वास है कि जैसे आज आपने वर्शिप को अटेंड किया, परमेश्वर की आत्मा ने आपको छुआ है, आपको आजाद किया है, ऐसे ही हम टेस्टमनीज को सुनेंगे। आप सब जन अपने स्थानों को ग्रहण करें। आप जानते हैं कि जब भी हम पूरे विश्वास के साथ प्रार्थना को ग्रहण करते हैं तो परमेश्वर बड़े काम हमारी जिंदगियों में करता है, बड़ी गवाहियां पैदा करता है। जिन लोगों ने बीते समय में पूरे विश्वास के साथ प्रार्थना को ग्रहण किया, परमेश्वर ने बड़े काम उनकी जिंदगियों में किए। तो आइए हम सब जन उन बड़े कामों को, उन बड़ी गवाहियों को देखते हैं। हालेलुया। जैसे कि हम जानते हैं कि हमारा परमेश्वर जीवित परमेश्वर है, वो आज भी बड़े और आश्चर्य क्रम करता है। तो एक ऐसी ही बहुत ही बड़ी गवाही को हम सुनेंगे। मैं अपनी ਗੱਡੀ ਤੇ ਜਾ ਰਿਹਾ ਸੀ ਕਿਤੇ, ਇੱਕ ਗੱਡੀ ਮੇਰੇ ਗਾੜੀ ਜਾ ਰਹੀ ਸੀ, ਛੋਟਾ ਸੀ, ਉਹ ਇੱਕ ਦਰਖਤ 'ਚ ਵੱਜ ਜਾਂਦੀ ਆ, ਉਹਦੇ ਪਿੱਛੇ ਮੇਰੀ ਗੱਡੀ ਵੱਜ ਜਾਂਦੀ ਆ, ਜਿਹਦੇ ਕਾਰਨ ਸਟੀਅਰਿੰਗ ਮੇਰੇ ਪੇਟ ਦੇ ਵਿੱਚ ਖੁੱਭ ਗਿਆ। 5-7 ਜਣੇ ਆਏ ਤੇ ਉਹ ਮੈਨੂੰ ਐਂਬੂਲੈਂਸ ਪਾ ਕੇ ਬਾਬਾ ਬਕਾਲਾ ਹਸਪੀਟਲ ਵਿੱਚ ਲੈ ਗਏ। ਅਲਟਰਾਸਾਊਂਡ ਕਰਨ ਤੋਂ ਬਾਅਦ 'ਚ ਡਾਕਟਰਾਂ ਨੇ ਦੱਸਿਆ कि मेरे पेट दे विच ब्लड क्लॉट जम गया ते लंग्स पानी भर गया वा। पर जब अंकुर नूला मिनिस्ट्रीज में इन्होंने लगातार आना शुरू किया, परमेश्वर ने इनकी जिंदगी में इनको चंगा किया और हर तरह की बीमारी से आजाद करके एक नया जीवन दिया। तो आइए इस भाई की इस मार्वलस टेस्टमनी को हम देखते हैं। सारिਆਂ ਨੂੰ जय मसीह दी। मेरा नाम विजय तेजा, ये मेरी वाइफ है, इन्हां दा नाम रोजी आ। ਅਸੀਂ ਦੋਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਹਾਂ। ਅੱਜ ਮੈਂ ਆਪਣੇ ਜੀਵਨ ਦੀ ਸਭ ਤੋਂ ਵੱਡੀ ਗਵਾਹੀ ਦੇਣ ਜਾ ਰਿਹਾ ਕਿ ਪਰਮੇਸ਼ਵਰ ਨੇ ਕਿੱਦਾਂ ਮੇਰੇ ਜੀਵਨ 'ਚ ਕੰਮ ਕੀਤਾ, ਮੈਨੂੰ ਬਲ ਦੀ ਅੱਗ 'ਚੋਂ, ਮੌਤ ਦੇ ਮੂੰਹ 'ਚੋਂ ਕੱਢਿਆ ਤੇ ਅੱਜ ਜਿਉਂਦਿਆਂ ਰੱਖਿਆ ਤੇ ਮੈਂ ਤੁਹਾਡੇ ਸਾਹਮਣੇ ਬੈਠਾ ਹਾਂ। 18 ਦਸੰਬਰ 2025 ਦੀ ਗੱਲ ਆ। ਮੈਂ ਆਪਣੀ ਗੱਡੀ ਤੇ ਜਾ ਰਿਹਾ ਸੀ ਕਿਤੇ, ਜਲੰਧਰ ਨੂੰ ਜਾ ਰਿਹਾ ਸੀ ਅੰਮ੍ਰਿਤਸਰ ਤੋਂ। ਰਸਤੇ ਦੇ ਵਿੱਚ ਬਾਬੇ ਬਕਾਲੇ ਲਾਗੇ ਇੱਕ ਗੱਡੀ ਮੇਰੇ ਗਾੜੀ ਜਾ ਰਹੀ ਸੀ, ਛੋਟਾ ਸੀ, ਉਹ ਇੱਕ ਦਰਖਤ 'ਚ ਵੱਜ ਜਾਂਦੀ ਆ, ਉਹਦੇ ਪਿੱਛੇ ਮੇਰੀ ਗੱਡੀ ਵੱਜ ਜਾਂਦੀ ਆ, ਜਿਹਦੇ ਕਾਰਨ ਸਟੀਅਰਿੰਗ ਮੇਰੇ ਪੇਟ ਦੇ ਵਿੱਚ ਖੁੱਭ ਗਿਆ। ਮੇਰੇ ਨਾਲ 4 ਲੋਕ ਸੀ, ਉਹਨਾਂ ਮੈਨੂੰ ਸੀਟਾਂ ਗਾਂਹ ਪਿਛਾਂਹ ਕਰਕੇ ਤੋੜ ਭੰਨ ਕੱਢ ਕੇ ਮੈਨੂੰ ਕੱਢਿਆ। ਉਹਨਾਂ ਗੱਡੀ 'ਚੋਂ ਕੱਢ ਕੇ ਮੈਨੂੰ ਸੜਕ 'ਤੇ ਲੰਮੇ ਪਾ ਦਿੱਤਾ। ਉਹਨਾਂ ਐਂਬੂਲੈਂਸ ਨੂੰ ਫੋਨ ਕੀਤਾ ਔਰ ਮੈਂ ਨਾਲ ਹੀ ਆਪਣੇ ਘਰ ਫੋਨ ਕੀਤਾ। 5-7 ਜਣੇ ਆਏ ਤੇ ਉਹ ਮੈਨੂੰ ਐਂਬੂਲੈਂਸ ਪਾ ਕੇ ਬਾਬਾ ਬਕਾਲਾ ਹਸਪੀਟਲ ਵਿੱਚ ਲੈ ਗਏ। ਜਦੋਂ ਮੈਂ ਬਾਬਾ ਬਕਾਲਾ ਹਸਪੀਟਲ ਗਿਆ ਤੇ ਮੈਨੂੰ ਜਾਂਦਿਆਂ ਹੀ ਉਲਟੀਆਂ ਸ਼ੁਰੂ ਹੋ ਗਈਆਂ, ਸਾਹ ਮੈਨੂੰ ਆ ਨਹੀਂ ਰਿਹਾ, ਬੜੀ ਹਾਲਤ ਮੇਰੀ ਮਾੜੀ ਸੀ। ਉਹਨਾਂ ਨੇ ਮੇਰੀ ਹਾਲਤ ਵੇਖ ਕੇ ਮੈਨੂੰ ਜਵਾਬ ਦੇ ਦਿੱਤਾ ਕਿ ਇਹਨੂੰ ਹੋਰ ਕਿਤੇ ਲੈ ਜਾਓ। ਫਿਰ ਮੈਨੂੰ ਅੰਮ੍ਰਿਤਸਰ ਸਰਕਾਰੀ ਹਸਪੀਟਲ ਗੁਰੂ ਨਾਨਕ ਹਸਪੀਟਲ 'ਚ ਲੈ ਗਏ। ਉੱਥੇ ਜਾ ਕੇ ਮੈਨੂੰ ਦਾਖਲ ਕਰਾ ਦਿੱਤਾ। ਉੱਥੇ ਜਾ ਕੇ ਮੇਰੇ ਟੈਸਟ ਵਗੈਰਾ ਕੀਤੇ ਔਰ ਖੂਨ ਦੀਆਂ ਬੋਤਲਾਂ ਚੜ੍ਹਾਤੀਆਂ ਔਰ ਮੇਰਾ ਪੇਟ ਫੁੱਲਦਾ ਜਾ ਰਿਹਾ ਸੀ। ਉਹਨਾਂ 2 ਦਿਨ ਮੈਨੂੰ ਰੱਖਿਆ ਉੱਥੇ, ਪਰ ਉਹਨਾਂ ਨੂੰ ਕੋਈ ਸਮਝ ਨਹੀਂ ਲੱਗਦੀ ਵੀ ਇਹਨੂੰ ਕੀ ਗੱਲ ਆ। ਉਹਨਾਂ ਸਾਨੂੰ ਤੀਸਰੇ ਹਸਪੀਟਲ ਰੈਫਰ ਕਰ ਦਿੱਤਾ। ਤੀਸਰੇ ਹਸਪੀਟਲ ਜਦੋਂ ਅਸੀਂ ਗਏ, ਉਹਨਾਂ ਨੇ ਸਾਡੇ ਕੋਲ ਜਾਂਦਿਆਂ ਹੀ ਸਾਈਨ ਕਰਵਾ ਲਏ ਫੈਮਿਲੀ ਦੇ ਕਿ ਇਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਆ, ਕੁਝ ਵੀ ਹੋ ਸਕਦਾ ਆ ਤੇ ਤੁਸੀਂ ਸਾਈਨ ਕਰ ਦਿਓ। ਫਿਰ ਉਹਨਾਂ ਨੇ ਮੇਰੇ ਟੈਸਟ ਵਗੈਰਾ ਕੀਤੇ। ਅਲਟਰਾਸਾਊਂਡ ਕਰਨ ਤੋਂ ਬਾਅਦ 'ਚ ਡਾਕਟਰਾਂ ਨੇ ਦੱਸਿਆ ਕਿ ਮੇਰੇ ਪੇਟ ਦੇ ਵਿੱਚ ਬਲੱਡ ਕਲੌਟ ਜੰਮ ਗਿਆ ਤੇ ਲੰਗਸ ਪਾਣੀ ਭਰ ਗਿਆ ਵਾ। ਫਿਰ ਡਾਕਟਰਾਂ ਨੇ ਮੇਰਾ ਆਪਰੇਟ ਕਰਕੇ ਮੇਰਾ ਪੇਟ ਖੋਲ੍ਹਿਆ ਤੇ ਬਲੱਡ ਕਲੌਟ ਬਾਹਰ ਕੱਢੇ ਔਰ ਉਹਨਾਂ ਮੇਰੀ ਫੈਮਿਲੀ ਨੂੰ ਦੱਸਿਆ ਕਿ ਇਹਨਾਂ ਦੀਆਂ 2 ਵੱਡੀਆਂ ਆਂਤੜੀਆਂ ਪਟ ਗਈਆਂ ਔਰ ਦਿਖਾਲੀਆਂ ਵੀ ਉਹ ਕਾਲੀਆਂ ਪੈ ਗਈਆਂ, ਸੜ ਗਈਆਂ ਸੀ। ਫਿਰ ਉਹਨਾਂ ਨੇ ਮੈਨੂੰ ਸਟੋਮਾ ਬੈਕ ਲਾ ਦਿੱਤਾ ਔਰ ਉਹ ਕਿਹਾ ਕਿ ਇਹ 3 ਮਹੀਨੇ ਲੈਟਰਿੰਗ ਵਰਗਾ ਸਟੋਮਾ 'ਚ ਹੀ ਆਏਗੀ। ਫਿਰ ਉਹਨਾਂ ਨੇ ਮੈਨੂੰ 9 ਦਿਨ ਆਈਸੀਯੂ ਵਿੱਚ ਰੱਖਿਆ। ਮੈਂ ਵੈਂਟੀਲੇਟਰ 'ਤੇ ਪਿਆ ਹੋਇਆ ਸੀ
ਔਰ ਪਾਈਪ ਲਾ ਕੇ ਮੇਰੇ ਲੰਗਸ ਤੋਂ ਪਾਣੀ ਕੱਢਦੇ ਸੀ ਔਰ ਮੈਨੂੰ ਕੋਈ ਸੁੱਧ ਬੁੱਧ ਨਹੀਂ ਸੀ। ਆਪਰੇਸ਼ਨ ਦੇ ਦੌਰਾਨ ਮੈਨੂੰ 20 ਬੋਤਲਾਂ ਖੂਨ ਦੀਆਂ ਚੜੀਆਂ। 9 ਦਿਨਾਂ ਬਾਅਦ ਉਹਨਾਂ ਨੇ ਮੈਨੂੰ ਵਾਰਡ 'ਚ ਸ਼ਿਫਟ ਕਰ ਦਿੱਤਾ ਔਰ ਤਕਰੀਬਨ ਟੋਟਲ 16 ਦਿਨ ਮੈਂ ਹਸਪੀਟਲ ਵਿੱਚ ਰਿਹਾ। 16 ਦਿਨ ਬਾਅਦ ਉਹਨਾਂ ਮੈਨੂੰ ਘਰ ਭੇਜਿਆ ਔਰ ਕਿਹਾ ਕਿ ਹਫ਼ਤੇ ਬਾਅਦ ਚੈੱਕ ਕਰਾ ਕੇ ਜਾਇਓ ਔਰ ਮੇਰੀ ਹਾਲਤ ਵਿੱਚ ਕੋਈ ਐਡਾ ਫਰਕ ਕੋਈ ਨਹੀਂ ਲੱਗ ਰਿਹਾ। ਮੈਂ ਟੋਟਲੀ ਬੈੱਡ 'ਤੇ ਸੀ ਔਰ ਹਫ਼ਤੇ ਬਾਅਦ ਹੀ ਮੈਨੂੰ ਗੱਡੀ 'ਚ ਪਾ ਕੇ ਹਸਪੀਟਲ ਲੈ ਕੇ ਜਾਂਦੇ ਸੀ ਟ੍ਰੀਟਮੈਂਟ ਵਾਸਤੇ ਔਰ ਮੇਰਾ ਸਟੋਮਾ ਜਿਹੜਾ ਉਹ ਚੇਂਜ ਕਰਾਉਂਦੇ ਸੀ। ਜਦੋਂ ਮੈਂ ਬੈੱਡ 'ਤੇ ਪਿਆ ਸੀ ਤੇ ਮੈਂ ਲਗਾਤਾਰ ਇਹੋ ਸੋਚਦਾ ਰਹਿੰਦਾ ਸੀ ਕਿ ਮੇਰੇ ਪਰਿਵਾਰ ਦਾ ਕੀ ਬਣੂਗਾ, ਮੇਰੇ ਬੱਚੇ ਛੋਟੇ ਇਹਨਾਂ ਬੱਚਿਆਂ ਦਾ ਕੀ ਬਣੂਗਾ। ਮੈਂ ਇਕੱਲਾ ਘਰ 'ਚ ਕਮਾਉਣ ਵਾਲਾ ਸੀ ਔਰ ਮੇਰੀ ਗੱਡੀ ਜਿਹੜਾ ਮੇਰਾ ਸਾਧਨ ਸੀ ਉਹ ਵੀ ਟੁੱਟ ਗਿਆ ਸੀ ਔਰ ਮੈਂ ਸੋਚਦਾ ਰਹਿੰਦਾ ਸੀ ਕਿ ਇਹਦੇ ਨਾਲੋਂ ਤਾਂ ਚੰਗਾ ਮੈਨੂੰ ਮੌਤ ਆ ਜਾਂਦੀ। ਚੁੱਕ ਚੁਕਾ ਕੇ ਇਹਨਾਂ ਨੇ ਮੇਰੇ 'ਤੇ 7 ਤੋਂ 8 ਲੱਖ ਰੁਪਏ ਦੇ ਕਰੀਬ ਪੈਸਾ ਲਾ ਦਿੱਤਾ। ਉਹ ਵੀ ਮੈਂ ਸੋਚਦਾ ਹਾਂ ਕਿ ਮੈਂ ਹੁਣ ਕੋਈ ਕਾਰੋਬਾਰ ਕਰ ਨਹੀਂ ਸਕਦਾ ਤੇ ਮੈਂ ਕਿੱਦਾਂ ਇਹ ਕਰਜ਼ਾ ਲਾਊਂਗਾ, ਕਿੱਦਾਂ ਮੈਂ ਆਪਣੇ ਬੱਚੇ ਪਾਲੂੰਗਾ, ਕਿੱਦਾਂ ਮੈਂ ਆਪਣਾ ਘਰ ਚਲਾਊਂਗਾ। ਜਦੋਂ ਮੇਰੇ ਰਿਸ਼ਤੇਦਾਰ ਭੈਣ ਭਰਾ ਮੇਰਾ ਪਤਾ ਲੈਣ ਆਉਂਦੇ ਸੀ ਤਾਂ ਪਿੱਛੇ ਹੋ ਕੇ ਗੱਲਾਂ ਕਰਦੇ ਸੀ ਕਿ ਕੰਡੀਸ਼ਨ ਬੜੀ ਮਾੜੀ ਆ, ਇਹ ਪਤਾ ਨਹੀਂ ਵੀ ਇਹ ਹੁਣ ਉੱਠ ਸਕਦਾ, ਕੁਛ ਕਰ ਸਕਦਾ ਕਿ ਨਹੀਂ ਕਰ ਸਕਦਾ। ਔਰ ਮੇਰੀ ਵਾਈਫ ਵੀ ਰੋਂਦੀ ਰਹਿੰਦੀ ਸੀ, ਮੇਰੇ ਬੱਚੇ ਵੀ ਰੋਂਦੇ ਰਹਿੰਦੇ ਸੀ। ਜਦੋਂ ਮੇਰੇ ਹਸਬੰਡ ਬੈੱਡ ਤੇ ਸੀਗੇ, ਖਾਣਾ ਤੇ ਨਹੀਂ ਹੀ ਖਾਂਦੇ, ਵੀ ਲਿਕਵਿਡ ਹੀ ਲੈਂਦੇ ਸੀ। ਖਾਣਾ ਬਿਲਕੁਲ 2 ਮਹੀਨੇ ਇਹਨਾਂ ਨੇ ਖਾਧਾ ਨਹੀਂ, ਨਾ ਹੀ ਕੁਛ ਖਾ ਪੀਂਦੇ, ਨਾ ਪਚਦਾ ਹੀ ਕੁਛ ਇਹਨਾਂ ਨੂੰ, ਤੇ ਇਦਾਂ ਹੀ ਰਹਿੰਦੇ ਸੀ, ਬੈੱਡ ਤੇ ਲੇਟੇ ਰਹਿਣਾ ਇਹਨਾਂ ਨੇ। ਮੈਂ ਹੀ ਸਾਂਭਦੀ ਇਹਨਾਂ ਦੀ ਟਾਇਲਟ ਵਗੈਰਾ, ਮੈਂ ਹੀ ਸਾਫ਼ ਕਰਦੀ ਸੀਗੀ, ਹੋਰ ਨਹੀਂ ਕੋਈ ਕਰਦਾ, ਮੈਂ ਹੀ ਕਰਦੀ ਸੀ, ਸਾਂਭਦੀ ਵੀ ਮੈਂ ਹੀ, ਰਾਤ ਵੀ ਮੈਂ ਹੀ ਵੇਖਦੀ ਸੀ ਇਹਨਾਂ ਨੂੰ। ਹੀ ਰੋਂਦੇ ਰਹਿੰਦੇ ਸੀਗੇ, ਬੱਚੇ ਵੀ ਰੋਂਦੇ ਸੀਗੇ। ਰਾਤ ਦਿਨ ਜਦੋਂ ਇਹਨਾਂ ਨੇ ਦਰਦ ਹੋਣੀ, ਇਹਨਾਂ ਨੇ ਤੜਫਣਾ ਰਾਤ, ਤੇ ਰਾਤ ਉੱਠ ਕੇ ਵੇਖਣਾ ਹੀ। ਘੰਟੇ ਘੰਟੇ ਬਾਅਦ ਸਾਫ਼ ਕਰਨਾ ਪੈਂਦਾ ਸੀ ਇਹਨਾਂ ਦੇ ਜਿਹੜਾ ਸਟੋਮਾ ਲੱਗਾ ਸੀਗਾ, ਹਰ ਘੰਟੇ ਬਾਅਦ ਵੇਖਣਾ ਪੈਂਦਾ ਸੀ ਕਿ ਜ਼ਿਆਦਾ ਭਰਤ ਨਹੀਂ ਗਿਆ, ਉਹਨੂੰ ਸਾਫ਼ ਕਰਨਾ ਪੈਂਦਾ ਸੀਗਾ। ਬਹੁਤ ਹੀ ਪਰੇਸ਼ਾਨੀ ਵਾਲੇ ਦਿਨ ਹੋ ਗਏ ਸੀਗੇ ਕਿ ਪਤਾ ਨਹੀਂ ਕਿੱਦਣ ਇਹ ਠੀਕ ਹੋਣਗੇ ਤੇ ਫਿਰ ਤੁਰਨ ਫਿਰਨਗੇ। ਜਦੋਂ ਮੈਂ ਪੂਰੀ ਤਰ੍ਹਾਂ ਬੈੱਡ 'ਤੇ ਹਾਂ ਤੇ ਮੇਰਾ ਭਰੋਸਾ ਪਰਮੇਸ਼ਵਰ 'ਤੇ ਹੀ, ਕਿਉਂਕਿ ਅਸੀਂ ਪਹਿਲਾਂ ਹੀ ਖਾਂਬੜਾ ਚਰਚ ਨਾਲ ਜੁੜੇ ਹੋਏ ਹਾਂ। ਅਸੀਂ ਪ੍ਰਭੂ ਦੇ ਭਵਨ ਵਿੱਚ ਵੱਡੀਆਂ ਵੱਡੀਆਂ ਗਵਾਹੀਆਂ ਸੁਣੀਆਂ ਸੀ ਕਿ ਪ੍ਰਭੂ ਕਿੱਦਾਂ ਅਦਭੁਤ ਕੰਮ ਕਰਦਾ। ਮੇਰਾ ਵਿਸ਼ਵਾਸ ਪ੍ਰਭੂ 'ਤੇ ਮਜ਼ਬੂਤ ਹੀ, ਕਿਉਂਕਿ ਪ੍ਰਭੂ ਕਹਿੰਦਾ ਚੱਖੋ ਤੇ ਵੇਖੋ ਯਹੋਵਾ ਭਲਾ ਹੈ, ਔਰ ਮੇਰਾ ਵਿਸ਼ਵਾਸ ਹੀ ਕਿ ਪ੍ਰਭੂ ਮੈਨੂੰ ਖੜਿਆਂ ਕਰੇਗਾ। ਫਿਰ ਇਸ ਦੌਰਾਨ ਮੇਰੀ ਫੈਮਿਲੀ ਨੇ ਮੇਰੀ ਪ੍ਰੇਅਰ ਰਿਕੁਐਸਟ ਭੇਜੀ। ਫਿਰ 25/1/26 ਖੁਦਾ ਦੇ ਦਾਸ ਨੇ ਜ਼ੂਮ ਤੇ ਮੇਰੇ ਲਈ ਪ੍ਰੇਅਰ ਕੀਤੀ। ਉਸ ਪ੍ਰੇਅਰ ਤੋਂ ਬਾਅਦ ਪ੍ਰਭੂ ਦੀ ਸਾਮਰਥ ਨੇ ਮੇਰੇ ਜੀਵਨ 'ਚ ਕੰਮ ਕੀਤਾ। ਫਿਰ ਮੈਂ ਖਾਣਾ ਪੀਣਾ ਸ਼ੁਰੂ ਕੀਤਾ, ਚੱਲਣਾ ਫਿਰਨਾ ਸ਼ੁਰੂ ਕੀਤਾ ਔਰ ਮੇਰੀ ਰਿਕਵਰੀ ਸ਼ੁਰੂ ਹੋਈ। ਮੇਰਾ ਸਟੋਮਾ ਵੀ ਲੱਥ ਗਿਆ ਆ, ਮੈਂ ਹੁਣ ਕੋਈ ਮੈਡੀਸਨ ਨਹੀਂ ਖਾਂਦਾ। ਹੁਣ ਮੇਰੀ ਲਾਈਫ ਬਹੁਤ ਵਧੀਆ ਆ, ਮੈਂ ਚੱਲਦਾ ਫਿਰਦਾ ਆ, ਮੈਂ ਆਪਣੇ ਪਰਿਵਾਰ 'ਚ ਖੁਸ਼ ਹਾਂ। ਹੁਣ ਮੇਰੇ ਹਸਬੈਂਡ ਬਿਲਕੁਲ ਠੀਕ ਨੇ, ਖਾਂਦੇ ਪੀਂਦੇ ਨੇ, ਪਰਿਵਾਰ ਵੀ ਖੁਸ਼ ਆ, ਬੱਚੇ ਵੀ ਖੁਸ਼ ਨੇ। ਹੁਣ ਅਸੀਂ ਇਕੱਠੇ ਬਹਿੰਦੇ ਆ, ਇਕੱਠੇ ਹੀ ਖਾਣੇ ਪੀਂਦੇ ਆ। ਹੁਣ ਇਹ ਬਿਲਕੁਲ ਠੀਕ ਠਾਕ ਨੇ, ਖੁਦਾ ਦਾ ਧੰਨਵਾਦ ਕਰਦੇ ਆ। ਹੁਣ ਮੇਰੇ ਰਿਸ਼ਤੇਦਾਰ ਵੀ ਜਦੋਂ ਮੈਨੂੰ ਵੇਖਦੇ ਆ ਤੇ ਉਹ ਵੀ ਧੰਨਵਾਦ ਕਰਦੇ ਆ ਕਿ ਪਰਮੇਸ਼ਰ ਅਦਭੁਤ ਕੰਮ ਕਰਨ ਵਾਲਾ, ਉਹ ਵਾਕਿਆ ਹੀ ਜਿਉਂਦਿਆਂ ਕਰਨ ਵਾਲਾ ਪਰਮੇਸ਼ਰ ਆ। ਜਿਹੜੇ ਲੋਕ ਅੱਜ ਵੀ ਬਿਮਾਰ ਤੇ ਪਰੇਸ਼ਾਨ ਆ, ਹਸਪੀਟਲਾਂ ਵਿੱਚ ਆ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵਾਂ, ਅੜੇ ਰਹੋ ਤੇ ਖੜੇ ਰਹੋ। ਪਰਮੇਸ਼ਰ ਸਾਮਰਥੀ ਪਰਮੇਸ਼ਰ ਆ, ਉਹ ਸਭ ਕੁਝ ਕਰਨ ਦੀ ਸਾਮਰਥ ਰੱਖਦਾ ਵਾ। ਮੈਂ ਆਪਣੀ ਚੰਗਿਆਈ ਲਈ ਔਰ ਨਵੇਂ ਜੀਵਨ ਲਈ ਪਰਮੇਸ਼ਵਰ ਦਾ ਧੰਨਵਾਦ ਕਰਦਾ ਤੇ ਖੁਦਾ ਦੇ ਦਾਸੀ ਦਾ ਧੰਨਵਾਦ ਕਰਦਾ। ਸਾਰਿਆਂ ਨੂੰ ਜੈ ਮਸੀਹ ਦੀ।
ਜਦੋਂ HGS ਟੈਸਟ ਦੇ ਵਿੱਚ ਲਗਾਤਾਰ ਬਾਰ-ਬਾਰ ਮੇਰੀਆਂ ਟਿਊਬਾਂ ਬਲੌਕੇਜ ਆ ਰਹੀਆਂ ਸੀ ਕਿ ਟਿਊਬਾਂ ਬਲੌਕ ਆ ਕਿ ਨਹੀਂ ਖੁੱਲ ਸਕਦੀਆਂ। ਜਦੋਂ ਟਿਊਬਾਂ ਟੈਸਟ ਕਰਨ ਦਾ ਆਪਰੇਸ਼ਨ ਹੋਇਆ ਲੈਪਰੋਸਕੋਪੀ ਟਿਊਬਾਂ ਚੈੱਕ ਕਰਨ ਦੇ ਨਾਲ ਹੀ ਉਹਨਾਂ ਨੂੰ ਇਹ ਪਤਾ ਲੱਗਾ ਕਿ ਦੋਨੋਂ ਟਿਊਬਾਂ ਬਲੌਕੇਜ ਤਾਂ ਹੈ ਪਰ ਉਹਨਾਂ ਦੇ ਵਿੱਚ TB ਵੀ ਹੈ। ਉਸ ਤੋਂ ਬਾਅਦ ਡਾਕਟਰ ਨੇ ਮੈਨੂੰ ਕਿਹਾ ਕਿ ਸੌਰੀ ਹੁਣ ਇਸ ਤੋਂ ਬਾਅਦ ਅਸੀਂ ਅੱਗੇ ਕੁਝ ਨਹੀਂ ਕਰ ਸਕਦੇ, ਟਿਊਬਸ ਤਾਂ ਨਹੀਂ ਖੁੱਲੀਆਂ, ਹੁਣ ਤੁਹਾਨੂੰ IVF ਲਈ ਅੱਗੇ ਜਾਣਾ ਪਏਗਾ, ਤੁਹਾਨੂੰ IVF ਹੀ ਕਰਵਾਉਣਾ ਪਏਗਾ, ਹੋਰ ਕੋਈ ਇਲਾਜ ਨਹੀਂ ਇਸ ਦੇ ਅੱਗੇ। 2015 ਦੇ ਵਿੱਚ ਮੈਂ ਨਾਰਥ ਇੰਡੀਆ ਦੇ ਬੈਸਟ ਡਾਕਟਰ ਕੋ ਆਪਣਾ IVF ਕਰਵਾਇਆ। IVF ਦੇ ਨਾਲ ਵੀ ਫਿਰ ਮੈਨੂੰ ਰਿਜ਼ਲਟ ਨਹੀਂ ਮਿਲਿਆ। 2021 ਦੇ ਵਿੱਚ ਮੈਂ ਦੁਬਾਰਾ IVF ਕਰਵਾਇਆ, ਫਿਰ ਵੀ ਮੇਰੇ ਕਨਸੀਵ ਨਹੀਂ ਹੋਇਆ। ਜਦੋਂ ਦੋਨੋਂ IVF ਮੇਰੇ ਫੇਲ ਹੋ ਗਏ ਅਸੀਂ ਕਾਫੀ ਪਰੇਸ਼ਾਨ ਰਹਿਣ ਲੱਗੇ ਕਿ ਚਲੋ ਹੁਣ IVF ਨਾਲ ਵੀ ਨਹੀਂ ਹੋਇਆ। ਫਿਰ ਮੈਂ ਆਪਣੇ ਹਸਬੰਡ ਨੂੰ ਇਹ ਵੀ ਕਿਹਾ ਕਿ ਅਸੀਂ ਜੇ ਨਹੀਂ ਇਦਾਂ ਕਰ ਸਕਦੇ ਚਲੋ ਅਸੀਂ ਇੱਕ ਵਾਰੀ ਨਾ ਫਿਰ ਉਹ ਕਰਵਾ ਕੇ ਦੇਖਦੇ ਸੈਰੋਗੇਸੀ। ਅਸੀਂ ਸੈਰੋਗੇਸੀ ਲਈ ਵੀ ਡਾਕਟਰ ਨੂੰ ਮਿਲੇ ਪਰ ਡਾਕਟਰ ਨੇ ਕਿਹਾ ਕਿ ਨਹੀਂ ਉਹ ਤੁਸੀਂ ਨਾ ਹੀ ਜਾਓ ਕਿਉਂਕਿ ਖਰਚਾ ਬਹੁਤ ਸੀ। 19 ਲੱਖ ਰੁਪਇਆ ਸਾਨੂੰ ਸੈਰੋਗੇਸੀ ਲਈ ਡਾਕਟਰਸ ਨੇ ਬੋਲਿਆ ਸੀ ਕਿ ਇੰਨਾ ਲੱਗ ਜਾਏਗਾ। ਹਾਲੇਲੂਇਆ, ਸਾਰਿਆਂ ਨੂੰ ਜੈਮਸੀ ਦੀ। ਮੇਰਾ ਨਾਮ ਸਟੀਨਾ, ਮੈਂ ਜਲੰਧਰ ਸ਼ਹਿਰ ਦੀ ਰਹਿਣ ਵਾਲੀ ਹਾਂ। ਮੈਂ ਆਪਣੀ ਲਾਈਫ ਦੀ ਅੱਜ ਸਭ ਤੋਂ ਵੱਡੀ ਟੈਸਟਮਨੀ ਨੂੰ ਦੇਣ ਜਾ ਰਹੀ ਹਾਂ। ਅਗਸਤ 2010 ਚ ਮੇਰੀ ਮੈਰਿਜ ਹੋਈ। ਮੈਰਿਜ ਤੋਂ ਬਾਅਦ ਅਸੀਂ ਆਪਣੀ ਮੈਰਿਡ ਲਾਈਫ ਦੇ ਵਿੱਚ ਕਾਫੀ ਖੁਸ਼ ਸੀਗੇ। ਉਸ ਤੋਂ ਬਾਅਦ ਜਦੋਂ ਅਸੀਂ ਬੇਬੀ ਲਈ ਪਲਾਨ ਕਰਦੇ ਸੀ ਤੇ ਬੇਬੀ ਕਨਸੀਵ ਨਹੀਂ ਸੀ ਮੇਰੇ ਹੋ ਰਿਹਾ ਤੇ ਅਸੀਂ ਦੋਨੋਂ ਕਾਫੀ ਪਰੇਸ਼ਾਨ ਰਹਿਣ ਲੱਗੇ ਇਸ ਗੱਲ ਤੋਂ। ਜਦੋਂ ਮੈਨੂੰ ਬੇਬੀ ਕਨਸੀਵ ਨਹੀਂ ਸੀ ਹੋ ਰਿਹਾ ਮੈਂ ਤੇ ਮੇਰੇ ਹਸਬੰਡ ਨੇ ਆਪਸ 'ਚ ਸਲਾਹ ਕੀਤੀ ਕਿ ਅਸੀਂ ਡਾਕਟਰ ਕੋਲ ਇੱਕ ਵਾਰੀ ਚੈੱਕ ਕਰਵਾ ਲੈਨੇ। ਅਸੀਂ ਫਿਰ ਜਲੰਧਰ ਦੇ ਬੈਸਟ ਹਸਪੀਟਲ 'ਚ ਗਏ, ਪ੍ਰਾਈਵੇਟ ਹਸਪੀਟਲ ਚੈੱਕ ਕਰਵਾਇਆ। ਡਾਕਟਰ ਨੇ ਸਾਨੂੰ ਕਿਹਾ ਕਿ ਤੁਸੀਂ ਮੈਡੀਸਿਨ ਖਾਓ ਤੇ ਮੈਡੀਸਿਨ ਦੇ ਨਾਲ ਹੀ ਕਨਸੀਵ ਹੋ ਜਾਏਗਾ। ਪਰ ਮੈਂ ਕਾਫੀ ਟਾਈਮ ਮੈਡੀਸਿਨ ਵੀ ਖਾਂਦੀ ਰਹੀ, ਮੈਨੂੰ ਇੰਨੀਆਂ ਸਾਰੀਆਂ ਮੈਡੀਸਿਨ ਖਾਣ ਦੇ ਨਾਲ ਵੀ ਕੋਈ ਰਿਜ਼ਲਟ ਨਹੀਂ ਮਿਲਿਆ। ਮੈਡੀਸਿਨ ਖਾਣ ਤੋਂ ਬਾਅਦ ਵੀ ਜਦੋਂ ਕੋਈ ਮੈਨੂੰ ਰਿਜ਼ਲਟ ਨਹੀਂ ਮਿਲਿਆ ਫਿਰ ਮੈਂ ਉਸ ਤੋਂ ਬਾਅਦ ਮੁਕਤਸਰ ਦੇ ਵਿੱਚ ਇੱਕ ਬੈਸਟ ਹਸਪੀਟਲ ਜਾ ਕੇ ਉੱਥੋਂ ਮੈਂ HGS ਟੈਸਟ ਕਰਵਾਇਆ, ਜੋ ਫਲੋਪੀਅਨ ਟਿਊਬ ਟੈਸਟ ਕਰਨ ਵਾਸਤੇ ਟੈਸਟ ਹੁੰਦਾ। ਉਹ ਕਾਫੀ ਪੇਨਫੁਲ ਹੁੰਦਾ, ਉਹਦੇ ਵਿੱਚ ਤੁਹਾਨੂੰ ਐਨਥੀਸੀਆ ਲਗਾ ਕੇ ਉਹ ਬੇਹੋਸ਼ ਵੀ ਕਰਦੇ ਆ। ਮੈਨੂੰ ਉਹਨਾਂ ਟੈਸਟ ਕੀਤਾ, ਕਰਨ ਤੋਂ ਬਾਅਦ ਇਹ ਪਤਾ ਲੱਗਾ ਕਿ ਮੇਰੀਆਂ ਟਿਊਬਸ ਬੰਦ ਆ। ਫਿਰ ਮੈਂ ਜਲੰਧਰ ਆਈ, ਮੈਂ ਜਲੰਧਰ ਆ ਕੇ ਵੀ 2-3 ਹਸਪੀਟਲ ਤੋਂ ਦੁਬਾਰਾ ਟਰਾਈ ਕਰਵਾਇਆ ਕਿ HGS ਟੈਸਟ ਦੁਬਾਰਾ ਕੀਤਾ ਜਾਵੇ ਤਾਂ ਕਿ ਸ਼ਾਇਦ ਉੱਥੇ ਨਹੀਂ ਕਲੀਅਰ ਆਇਆ, ਇੱਥੇ ਪਤਾ ਲੱਗ ਜਾਏ ਕਿ ਟਿਊਬਸ ਖੁੱਲੀਆਂ। ਉਹ ਕਹਿੰਦੇ ਸੀ ਕਿ ਟਿਊਬਸ ਦੇ ਵਿੱਚ ਮੈਡੀਸਨ ਜਾਂਦੀ ਤਾਂ ਦਿਖਾਈ ਦਿੰਦੀ ਆ ਪਰ ਮੈਡੀਸਨ ਗਿਰਦੀ ਨਹੀਂ ਦਿਖਾਈ ਦਿੰਦੀ। ਉਹ ਜਦ ਗਿਰਦੀ ਦਿਖੇਗੀ ਫੇਰ ਸ਼ੋਰ ਹੋਏਗਾ ਕਿ ਉਹ ਖੁੱਲੀਆਂ ਟਿਊਬ। ਜਦੋਂ HGS ਟੈਸਟ ਦੇ ਵਿੱਚ ਲਗਾਤਾਰ ਬਾਰ-ਬਾਰ ਮੇਰੀਆਂ ਟਿਊਬਾਂ ਬਲੌਕੇਜ ਆ ਰਹੀਆਂ ਸੀ ਕਿ ਟਿਊਬਾਂ ਬਲੌਕ ਆ ਕਿ ਨਹੀਂ ਖੁੱਲ ਸਕਦੀਆਂ। ਫਿਰ ਉਸ ਤੋਂ ਬਾਅਦ ਮੈਨੂੰ ਡਾਕਟਰ ਨੇ ਕਿਹਾ ਕਿ ਤੁਹਾਨੂੰ ਹੁਣ ਲੈਪਰੋਸਕੋਪੀ ਲਈ ਅੱਗੇ ਜਾਣਾ ਪਏਗਾ ਤੇ ਇੱਕ ਛੋਟੀ ਸਰਜਰੀ ਕਰਾਂਗੇ, ਉਹਨਾਂ ਤੁਹਾਡਾ ਆਪਰੇਸ਼ਨ ਹੋਏਗਾ ਤੇ ਟਿਊਬਸ ਖੁੱਲ ਜਾਣਗੀਆਂ। ਜਦੋਂ ਟਿਊਬਾਂ ਟੈਸਟ ਕਰਨ ਦਾ ਆਪਰੇਸ਼ਨ ਹੋਇਆ ਲੈਪਰੋਸਕੋਪੀ ਟਿਊਬਾਂ ਚੈੱਕ ਕਰਨ ਦੇ ਨਾਲ ਹੀ ਉਹਨਾਂ ਨੂੰ ਇਹ ਪਤਾ ਲੱਗਾ ਕਿ ਦੋਨੋਂ ਟਿਊਬਾਂ ਬਲੌਕੇਜ ਤਾਂ ਹੈ ਪਰ ਉਹਨਾਂ ਦੇ ਵਿੱਚ TB ਵੀ ਹੈ। ਤੇ ਫਿਰ ਮੈਂ TB ਦਾ ਟ੍ਰੀਟਮੈਂਟ ਲਿਆ। 6 ਮਹੀਨੇ ਲਗਾਤਾਰ ਮੈਂ TB ਦੀ ਮੈਡੀਸਿਨ ਖਾਦੀ ਤੇ TB ਤਾਂ ਮੇਰੀ ਠੀਕ ਹੋ ਗਈ ਪਰ ਟਿਊਬਸ ਫਿਰ ਵੀ ਨਹੀਂ ਖੁੱਲੀਆਂ ਕਿਉਂਕਿ ਉਹ ਬਿਲਕੁਲ ਹੀ ਡੈਮੇਜ ਹੀ ਹੋ ਚੁੱਕੀਆਂ ਸੀ। ਉਸ ਤੋਂ ਬਾਅਦ ਡਾਕਟਰ ਨੇ ਮੈਨੂੰ ਕਿਹਾ ਕਿ ਸੌਰੀ ਹੁਣ ਇਸ ਤੋਂ ਬਾਅਦ ਅਸੀਂ ਅੱਗੇ ਕੁਝ ਨਹੀਂ ਕਰ ਸਕਦੇ, ਟਿਊਬਸ ਤਾਂ ਨਹੀਂ ਖੁੱਲੀਆਂ, ਹੁਣ ਤੁਹਾਨੂੰ IVF ਲਈ ਅੱਗੇ ਜਾਣਾ ਪਏਗਾ, ਤੁਹਾਨੂੰ IVF ਹੀ ਕਰਵਾਉਣਾ ਪਏਗਾ, ਹੋਰ ਕੋਈ ਇਲਾਜ ਨਹੀਂ ਇਸ ਦੇ ਅੱਗੇ। ਫਿਰ ਮੈਂ ਆਪਣੇ ਘਰ ਹਸਬੰਡ ਨਾਲ ਸਲਾਹ ਕੀਤੀ, ਅਸੀਂ ਫਿਰ IVF ਲਈ ਤਿਆਰ ਹੋਏ। 2015 ਦੇ ਵਿੱਚ ਮੈਂ ਨਾਰਥ ਇੰਡੀਆ ਦੇ ਬੈਸਟ ਡਾਕਟਰ ਕੋ ਆਪਣਾ IVF ਕਰਵਾਇਆ। IVF ਦੇ ਨਾਲ ਵੀ ਫਿਰ ਮੈਨੂੰ ਰਿਜ਼ਲਟ ਨਹੀਂ ਮਿਲਿਆ। ਮੈਨੂੰ ਇਹ ਸੀਗਾ ਕਿ ਕਾਫੀ ਏਜ ਲੇਡੀਜ਼ ਦੇ ਵੀ ਹੋ ਜਾਂਦਾ IVF ਨਾਲ ਤੇ ਮੇਰੇ ਵੀ ਈਜ਼ੀ ਹੋ ਜਾਏਗਾ ਪਰ ਮੇਰਾ ਰਿਜ਼ਲਟ ਨੈਗੇਟਿਵ ਹੀ ਆਇਆ। 2021 ਦੇ ਵਿੱਚ ਮੈਂ ਦੁਬਾਰਾ IVF ਕਰਵਾਇਆ। ਫਿਰ ਮੈਨੂੰ ਡਾਕਟਰ ਨੇ ਕਿਹਾ ਸੀ ਕਿ ਤੁਸੀਂ ਇਦਾਂ ਕਰੋ, ਆਪਣੇ ਐਗਸ ਨਾ ਲਓ, ਤੁਸੀਂ ਡੋਨਰ ਕੋਲੋਂ ਐਗ ਲੈ ਲਓ, ਉਹਨਾਂ ਚਾਂਸਸ ਜ਼ਿਆਦਾ ਹੋ ਜਾਣਗੇ। ਫਿਰ ਮੈਂ ਡੋਨਰ ਕੋਲੋਂ ਐਗ ਵੀ ਲਏ IVF ਲਈ, ਫਿਰ ਵੀ ਮੇਰੇ ਕਨਸੀਵ ਨਹੀਂ ਹੋਇਆ। ਜਦੋਂ ਦੋਨੋਂ IVF ਮੇਰੇ ਫੇਲ ਹੋ ਗਏ ਅਸੀਂ ਕਾਫੀ ਪਰੇਸ਼ਾਨ ਰਹਿਣ ਲੱਗੇ। ਅਸੀਂ ਚਾਹ ਰਹੇ ਸੀ ਕਿ ਤੀਜੀ ਵਾਰੀ ਵੀ ਕਰਵਾਈਏ IVF ਪਰ ਸਾਡੇ ਕੋਲ ਨਾ ਫਾਈਨੈਂਸ ਨਹੀਂ ਸੀਗਾ ਕਿ ਅਸੀਂ ਤੀਸਰੀ ਵਾਰੀ ਟਰਾਈ ਕਰੀਏ। ਕਾਫੀ ਪਰੇਸ਼ਾਨ ਸੀ, ਡਿਸਟਰਬ ਸੀ, ਮਤਲਬ ਅਸੀਂ ਸੋਚਦੇ ਸੀਗੇ ਕਿ ਚਲੋ ਹੁਣ IVF ਨਾਲ ਵੀ ਨਹੀਂ ਹੋਇਆ। ਫਿਰ ਅਸੀਂ ਸੋਚਿਆ ਕਿ ਅਸੀਂ ਅਡਾਪਟ ਕਰ ਲੈਂਦੇ। ਅਸੀਂ ਅਡਾਪਸ਼ਨ ਲਈ ਵੀ ਗਏ, ਅਸੀਂ ਕਾਫੀ ਜਗ੍ਹਾ 'ਚ ਗਏ, ਕਈ ਆਸ਼ਰਮ ਦੇ ਵਿੱਚ ਵੀ ਗਏ ਪਰ ਉਹ ਕਹਿੰਦੇ ਸੀ ਡਾਇਰੈਕਟ ਬੱਚਾ ਤੁਹਾਨੂੰ ਇਦਾਂ ਨਹੀਂ ਦੇ ਸਕਦੇ, 2-3 ਸਾਲ ਬਾਅਦ ਤੁਹਾਡੀ ਟਰਨ ਆਏਗੀ ਫਿਰ ਤੁਹਾਨੂੰ ਬੱਚਾ ਮਿਲੇਗਾ ਤੇ ਉੱਦਾਂ ਤੁਹਾਨੂੰ ਬੱਚਾ ਮਿਲ ਸਕਦਾ। ਫਿਰ ਮੈਂ ਆਪਣੇ ਹਸਬੰਡ ਨੂੰ ਇਹ ਵੀ ਕਿਹਾ ਕਿ ਅਸੀਂ ਜੇ ਨਹੀਂ ਇਦਾਂ ਕਰ ਸਕਦੇ ਚਲੋ ਅਸੀਂ ਇੱਕ ਵਾਰੀ ਨਾ ਫਿਰ ਉਹ ਕਰਵਾ ਕੇ ਦੇਖਦੇ ਸੈਰੋਗੇਸੀ। ਅਸੀਂ ਸੈਰੋਗੇਸੀ ਲਈ ਵੀ ਡਾਕਟਰ ਨੂੰ ਮਿਲੇ ਪਰ ਡਾਕਟਰ ਨੇ ਕਿਹਾ ਕਿ ਨਹੀਂ ਉਹ ਤੁਸੀਂ ਨਾ ਹੀ ਜਾਓ ਕਿਉਂਕਿ ਖਰਚਾ ਬਹੁਤ ਸੀ। 19 ਲੱਖ ਰੁਪਇਆ ਸਾਨੂੰ ਸੈਰੋਗੇਸੀ ਲਈ ਡਾਕਟਰਸ ਨੇ ਬੋਲਿਆ ਸੀ ਕਿ ਇੰਨਾ ਲੱਗ ਜਾਏਗਾ। ਉਸ ਦੌਰਾਨ ਨਾ ਮੈਂ ਕਾਫੀ ਡਿਸਟਰਬ ਰਹਿੰਦੀ ਸੀ, ਮੈਂ ਮੇਰੇ ਹਸਬੰਡ ਦੋਨੋਂ ਜਣੇ। ਅਸੀਂ ਆਪਸ 'ਚ ਗੱਲ ਵੀ ਘੱਟ ਕਰਦੇ ਸੀ, ਆਪਸ 'ਚ ਕਹਿੰਦੇ ਸੀ ਅਸੀਂ ਗੱਲਾਂ ਕੀ ਕਰੀਏ, ਸਾਡੀਆਂ ਗੱਲਾਂ ਵੀ ਖਤਮ ਹੋ ਗਈਆਂ ਸੀਗੀਆਂ। ਫਿਰ ਨਾ ਇਸ ਚੀਜ਼ ਦੇ ਨਾਲ ਮੈਂ ਵੈਸੇ ਮੈਂਟਲੀ ਵੀ ਕਾਫੀ ਪਰੇਸ਼ਾਨ ਰਹਿਣ ਲੱਗੀ। ਫਿਰ ਉਸ ਤੋਂ ਬਾਅਦ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਸੀ, ਉਹ ਲੇਡੀਜ਼ ਸੀਗੀਆਂ ਨਾ, ਉਹ ਮੈਨੂੰ ਦੇਖ ਕੇ ਛੁਪ ਜਾਂਦੀਆਂ ਸੀ। ਲੇਡੀਜ਼ ਮੈਨੂੰ ਦੇਖ ਕੇ ਨਾ ਆਪਣਾ ਦਰਵਾਜ਼ਾ ਬੰਦ ਕਰ ਲੈਂਦੀਆਂ ਸੀ ਜਾਂ ਮੈਨੂੰ ਦੱਸਦੇ ਨਹੀਂ ਸੀ। ਸਾਡੇ ਰਿਲੇਟਿਵ ਦੇ ਵਿੱਚ ਵੀ ਜਦੋਂ ਕਿਸੇ ਦੇ ਨਾ ਬੱਚਾ ਕਨਸੀਵ ਹੁੰਦਾ ਸੀ ਤੇ ਉਹ ਨਾ ਮੇਰੀ ਮਦਰ ਇਨ ਲॉ ਨੂੰ ਦੱਸਦੇ ਸੀ, ਮੇਰੇ ਹਸਬੰਡ ਨੂੰ ਦੱਸ ਦਿੰਦੇ ਸੀ ਕਿ ਉਹ ਪ੍ਰੈਗਨੈਂਟ ਆ ਪਰ ਮੈਨੂੰ ਨਹੀਂ ਸੀ ਦੱਸਦੇ। ਪਰ ਮੈਂ ਅੰਦਰੋਂ ਤਾਂ ਕਾਫੀ ਪਰੇਸ਼ਾਨ ਸੀ। ਮੈਂ ਆਪਣੇ ਹਸਬੰਡ ਨਾਲ ਬਾਜ਼ਾਰ ਜਾਂਦੀ ਹੁੰਦੀ ਸੀ,
ਅਸੀਂ ਦੇਖਣੇ ਬੱਚਿਆਂ ਦੇ ਟੌਇਜ਼, ਬੱਚਿਆਂ ਦੇ ਖਿਡੌਣੇ, ਬੱਚਿਆਂ ਦੇ ਸਾਰਾ ਕੁਝ ਦੇਖਣਾ, ਟਿਫਨਸ ਦੇਖਣੇ ਬੱਚਿਆਂ ਦੇ, ਬੁੱਕਸ ਦੇਖਣੀਆਂ। ਮੈਂ ਆਪਣੇ ਹਸਬੰਡ ਨੂੰ ਕਹਿਣਾ ਅਸੀਂ ਕਦੋਂ ਖਰੀਦਾਂਗੇ। ਫਿਰ ਅਸੀਂ ਕਾਫੀ ਆਪਸ ਵਿੱਚ ਲੜਨਾ ਵੀ, ਪਰੇਸ਼ਾਨ ਵੀ ਹੋਣਾ। ਮੈਂ ਫਿਰ ਆਪਣੇ ਹਸਬੰਡ ਨੂੰ ਕਈ ਵਾਰੀ ਕਹਿਣਾ ਕਿ ਤੁਸੀਂ ਦੂਸਰੀ ਮੈਰਿਜ ਕਰ ਲਓ, ਹਨਾ, ਕਿ ਮੇਰੀ ਕਿਸਮਤ 'ਚ ਨਹੀਂ ਬੱਚਾ ਹੈਗਾ। ਜਦੋਂ ਮੈਨੂੰ ਹਰ ਵੇਲੇ ਪੀਰੀਅਡ ਆਉਂਦੇ ਸੀ ਮੈਂ ਪਰੇਸ਼ਾਨ ਕਾਫੀ ਹੁੰਦੀ ਸੀਗੀ, ਮੈਂ ਬਹੁਤ ਅਪਸੈਟ ਰਹਿੰਦੀ ਸੀ, ਮੈਂ ਆਸ ਰੱਖਦੀ ਸੀ, ਪਰ ਮੈਂ ਕਿਹਾ ਸੀ ਮੈਂ ਕੀ ਕਰ ਸਕਦੀ, ਮੈਡੀਸਨ ਨਾਲ ਵੀ ਨਹੀਂ ਹੋਇਆ। ਅਸੀਂ ਬਿਲਕੁਲ ਉਮੀਦ ਛੱਡ ਚੁੱਕੇ ਸੀ, ਆਸ ਖਤਮ ਹੋ ਚੁੱਕੀ ਸੀ। ਅਸੀਂ ਨਹੀਂ ਸੋਚਿਆ ਸੀ ਕਿ ਹੁਣ ਬੇਬੀ ਹੋਏਗਾ ਦੋਨਾਂ ਨੇ। ਮੈਂ ਆਪਣੇ ਹਸਬੰਡ ਨੂੰ ਕਹਿਣਾ ਕਿ ਚਲੋ ਜਿੰਨੀ ਬਚੀ ਆ ਉਹ ਵੀ ਇਦਾਂ ਹੀ ਲੰਘ ਜਾਣੀ ਜਿਸ ਤਰ੍ਹਾਂ ਬਾਕੀ ਲੰਘ ਗਈ। ਅਸੀਂ ਬਿਲਕੁਲ ਵੀ ਬੇਬੀ ਦੀ ਆਸ ਉਤਾਰ ਚੁੱਕੇ ਸੀ। ਸਾਨੂੰ ਬਿਲਕੁਲ ਨਹੀਂ ਸੀ ਲੱਗਦਾ ਕਿ ਕਦੀ ਲਾਈਫ 'ਚ ਸਾਡੇ ਬੇਬੀ ਆਪਣਾ ਹੋਏਗਾ। ਮੈਂ ਬੌਰਨ ਕ੍ਰਿਸਚਨ ਆ, ਮੈਂ ਚਰਚ ਵੀ ਜਾਂਦੀ ਸੀ, ਪਰ ਮੈਨੂੰ ਵਚਨ ਦੀ ਇੰਨੀ ਨੌਲੇਜ ਨਹੀਂ ਸੀ, ਕਿਉਂਕਿ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਗਿਆਨ ਨਾ ਹੋਣ ਦੇ ਕਾਰਨ ਮੇਰੀ ਪ੍ਰਜਾ ਨਾਸ਼ ਹੋ ਰਹੀ ਹੈ। ਤੇ ਮੈਂ ਚਰਚ ਆਂਦੀ ਤਾਂ ਸੀ, ਆਪਣੇ ਚਰਚ ਜਾਂਦੀ ਤਾਂ ਸੀ, ਪਰ ਮੈਨੂੰ ਨਾ ਨੌਲੇਜ ਨਹੀਂ ਸੀ ਵਚਨ ਦੀ। ਇਸ ਦੌਰਾਨ ਫਿਰ ਮੈਨੂੰ ਮੇਰੀ ਭਾਬੀ ਜੀ ਨੇ ਖਾਂਬੜਾ ਚਰਚ ਦੇ ਬਾਰੇ ਦੱਸਿਆ। ਉਹਨਾਂ ਨੇ ਮੈਨੂੰ ਕਿਹਾ ਕਿ ਖਾਂਬੜਾ ਚਰਚ ਚਲੋ ਦੀਦੀ, ਤੇ ਉੱਥੇ ਪਰਮੇਸ਼ਵਰ ਕਾਫੀ ਵੱਡੇ ਕੰਮ ਕਰਦਾ, ਉੱਥੇ ਪ੍ਰਭੂ ਦੇ ਕੰਮ ਹੁੰਦੇ, ਤੁਸੀਂ ਮੇਰੇ ਨਾਲ ਜਾ ਕੇ ਇੱਕ ਵਾਰੀ ਦੇਖੋ ਤਾਂ ਸਹੀ। ਮੈਂ 2017 ਦੇ ਵਿੱਚ ਨਵੇਂ ਸਾਲ ਵਾਲੇ ਦਿਨ ਖਾਂਬੜਾ ਚਰਚ 'ਚ ਆਈ। ਜਦੋਂ ਮੈਂ ਖਾਂਬੜਾ ਚਰਚ ਵਿੱਚ ਆਈ ਤੇ ਮੈਂ ਲੋਕਾਂ ਦੀਆਂ ਟੈਸਟਮਨੀ ਨੂੰ ਸੁਣਦੀ ਸੀ, ਮੈਂ ਪ੍ਰਾਰਥਨਾ ਨੂੰ ਗ੍ਰਹਿਣ ਕਰਦੀ ਸੀ। ਮੈਂ ਇੱਥੇ ਟੈਸਟਮਨੀ ਸੁਣੀ ਸੀ ਕਿ ਇੱਕ ਭੈਣ ਦੇ ਬੇਬੀ ਹੋਇਆ, ਉਹਨਾਂ ਦਾ ਯੂਟਰਸ ਨਹੀਂ ਸੀਗਾ, ਪਹਿਲਾਂ ਉਸ ਭੈਣ ਦਾ ਯੂਟਰਸ ਬਣਿਆ, ਫਿਰ ਉਹਦਾ ਬੇਬੀ ਹੋਇਆ। ਫਿਰ ਜਦੋਂ ਅਸੀਂ ਸਕੈਨਿੰਗ ਕਰਾਈ ਤਾਂ ਡਾਕਟਰ ਨੇ ਸਾਨੂੰ ਬਹੁਤ ਹੈਰਾਨ ਕਰਨ ਵਾਲੀ ਗੱਲ ਦੱਸੀ। ਡਾਕਟਰ ਨੇ ਸਾਨੂੰ ਕਿਹਾ ਕਿ ਇਹਦੇ ਯੂਟਰਸ ਨਹੀਂ ਹੈ, ਤੇ ਉਹਨਾਂ ਨੇ ਡਾਕਟਰ ਨੇ ਸਾਨੂੰ ਕਿਹਾ ਸੀ ਕਿ ਇਹਨੂੰ ਅੱਗੇ ਜਾ ਕੇ ਕਦੀ ਵੀ ਪੀਰੀਅਡਸ ਨਹੀਂ ਆਣਗੇ ਤੇ ਨਾ ਹੀ ਕਦੀ ਇਹਨੂੰ ਬੱਚਾ ਹੋਏਗਾ। ਫਿਰ ਮੈਂ ਤੇ ਮੇਰੀ ਮੰਮੀ ਲਗਾਤਾਰ ਅੰਕੁਰ ਨੂਰਲਾ ਮਿਨਿਸਟਰੀ ਦੇ ਨਾਲ ਜੁੜੇ ਰਹੇ। ਫਿਰ 1 ਅਪ੍ਰੈਲ 2018 ਨੂੰ ਈਸਟਰ ਮੀਟਿੰਗ ਵਾਲੇ ਦਿਨ ਮੈਂ ਤੇ ਮੇਰੀ ਮੰਮਾ ਚਰਚ ਦੇ ਵਿੱਚ ਮੌਜੂਦ ਸੀ ਤੇ ਅਪੋਸਟਲ ਜੀ ਨੇ ਖਾਸ ਪ੍ਰਾਰਥਨਾ ਕੀਤੀ। ਉਸ ਮੀਟਿੰਗ ਨੂੰ ਅਟੈਂਡ ਕਰਨ ਤੋਂ ਬਾਅਦ ਜਦੋਂ ਅਸੀਂ ਘਰ ਵਾਪਸ ਗਏ ਤਾਂ ਮੈਨੂੰ ਤਾਂ 2-3 ਦਿਨ ਬਾਅਦ ਹੀ ਬਲੀਡਿੰਗ ਆਣੀ ਸਟਾਰਟ ਹੋ ਗਈ ਸੀ, ਤੇ ਡਾਕਟਰ ਸੋਚਦੇ ਸੀਗੇ ਕਿ ਜਿਹੜੀ ਚੀਜ਼ ਹੈ ਹੀ ਨਹੀਂ ਵੀ ਉਹ ਕਿੱਦਾਂ ਆ ਗਈ ਯੂਟਰਸ, ਉਹ ਵੀ ਨੋਰਮਲ ਸਾਈਜ਼ ਇਨ ਸ਼ੇਪ। ਪਰ ਅੱਜ ਮੈਂ ਬਹੁਤ ਜ਼ਿਆਦਾ ਖੁਸ਼ ਹਾਂ, ਮੈਨੂੰ ਪੀਰੀਅਡਸ ਵੀ ਆ ਰਹੇ ਨੇ ਤੇ ਪਰਮੇਸ਼ਵਰ ਨੇ ਮੇਰੀ ਮੈਰਿਜ ਵੀ ਇੱਕ ਅੱਛੇ ਲਾਈਫ ਪਾਰਟਨਰ ਦੇ ਨਾਲ ਕੀਤੀ ਤੇ ਮੈਨੂੰ ਬੇਬੀ ਬॉय ਨਾਲ ਵੀ ਬਲੈਸ ਕੀਤਾ। ਮੈਂ ਫੇਰ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ, ਪ੍ਰਭੂ ਜੇ ਕੋਈ ਯੂਟਰਸ ਨਹੀਂ ਹੈ ਤੂੰ ਉਹਨੂੰ ਬੱਚਾ ਦੇਣ ਦੀ ਸਾਮਰਥ ਰੱਖਦਾ ਹੈ, ਮੇਰੇ ਕੋਲ ਤਾਂ ਸਾਰਾ ਕੁਝ ਹੈ, ਮੈਨੂੰ ਵੀ ਤੂੰ ਬੱਚਾ ਦੇਂਗਾ। ਫਿਰ ਮੈਂ ਲਗਾਤਾਰ ਖਾਂਬੜਾ ਚਰਚ ਨਾਲ ਜੁੜੀ ਰਹੀ। ਜਦੋਂ ਵੀ ਖੁਦਾ ਦੇ ਦਾਸ ਬੇਬੀ ਬਲੈਸਿੰਗ ਲਈ ਪ੍ਰੇਅਰ ਕਰਦੇ ਸੀ ਮੈਂ ਲਗਾਤਾਰ ਵਿਸ਼ਵਾਸ ਨਾਲ ਗ੍ਰਹਿਣ ਕਰਦੀ ਸੀ। ਫਿਰ 24 ਨਵੰਬਰ 2024 ਨੂੰ ਅਪੋਸਟਲ ਜੀ ਪ੍ਰਾਰਥਨਾ ਕਰ ਰਹੇ ਸੀਗੇ ਤੇ ਮੈਂ ਉਸ ਪ੍ਰਾਰਥਨਾ ਨੂੰ ਆਪਣੇ ਜੀਵਨ ਦੇ ਵਿੱਚ ਰਿਸੀਵ ਕੀਤਾ। मैं प्रार्थना करता हूं उन बहनों के लिए जिनके बेबीज नहीं हैं, अपने पेट पे हाथ रखो। अब अगर आपकी वाइफ यहां नहीं, आप अपने पेट पे हाथ रख सकते हैं। अपने पेट पे हाथ रख के आप उस व्यक्ति के लिए रिसीव करो इन द नेम ऑफ जीसस। यीशु के वचन में लिखा, उसने आदम हवा को कहा बी मल्टीप्लाई एंड बी फ्रूटफुल। ये उसकी योजना है आपके लिए, जो ये कहता है धर्मी का वंश बचाया जाएगा, जो ये कहता है, जो यहोवा का डर मानते हैं, यहोवा उनको उन्हीं मार्गों पे चलाएगा जिससे वो प्रसन्न होता है, और उनका वंश पृथ्वी के ऊपर पराक्रमी होगा। वो तुम्हें वंश देने के लिए बुलाता है। ਉਸ ਪ੍ਰੇਅਰ ਨੂੰ ਰਿਸੀਵ ਕਰਨ ਤੋਂ ਬਾਅਦ ਪਰਮੇਸ਼ਵਰ ਦੀ ਸਾਮਰਥ ਨੇ ਮੇਰੇ ਜੀਵਨ ਦੇ ਵਿੱਚ ਕੰਮ ਕੀਤਾ ਤੇ ਮੈਂ ਫਿਰ ਇੱਕਦਮ ਮੈਨੂੰ ਲੱਗਾ ਕਿ ਮੈਨੂੰ ਫੀਵਰ ਹੈ। ਕਾਫੀ ਦਿਨਾਂ ਤੋਂ ਮੈਨੂੰ ਬੁਖਾਰ ਲੱਗ ਰਿਹਾ ਸੀ। ਮੈਂ ਡਾਕਟਰ ਨੂੰ ਚੈੱਕਅਪ ਕਰਵਾਉਣ ਗਈ ਤੇ ਡਾਕਟਰ ਨੇ ਬੋਲਿਆ ਕਿ ਤੁਸੀਂ ਇੱਕ ਵਾਰੀ ਆਪਣਾ ਪ੍ਰੈਗਨੈਂਸੀ ਟੈਸਟ ਚੈੱਕ ਕਰੋ। ਮੈਂ ਸੋਚਿਆ ਕਿ ਨਹੀਂ, ਮੇਰਾ ਪ੍ਰੈਗਨੈਂਸੀ ਟੈਸਟ ਨਹੀਂ, ਮੇਰਾ ਤੁਸੀਂ ਬਲੱਡ ਚੈੱਕ ਕਰੋ। ਉਹਨਾਂ ਨੇ ਕਿਹਾ ਕਿ ਨਹੀਂ, ਸਾਨੂੰ ਸਿੰਪਟਮ ਪ੍ਰੈਗਨੈਂਸੀ ਵਾਲੇ ਲੱਗਦੇ, ਤੁਸੀਂ ਇੱਕ ਵਾਰੀ ਟੈਸਟ ਕਰੋ। ਮੈਂ ਟੈਸਟ ਦਿੱਤਾ। ਫਿਰ ਜਦੋਂ ਉਹਨਾਂ ਨੇ ਟੈਸਟ ਦੀ ਰਿਪੋਰਟ ਆਈ ਤੇ ਮੈਨੂੰ ਡਾਕਟਰ ਨੇ ਬੁਲਾਇਆ ਅੰਦਰ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਹਾਡੀ ਰਿਪੋਰਟ ਪੋਜ਼ਿਟਿਵ ਆਈ। ਸਾਨੂੰ ਦੋਨਾਂ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ। ਅਸੀਂ ਦੋਨਾਂ ਨੇ ਮਤਲਬ ਇੱਕਦਮ ਹੈਰਾਨ ਹੀ ਰਹਿ ਗਏ ਕਿ ਇਹ ਕੀ ਹੋ ਗਿਆ। ਬਹੁਤ ਰੋਏ। ਮੇਰੇ ਹਸਬੈਂਡ ਨੇ ਮੈਨੂੰ ਇੱਕ ਗੱਲ ਕਹੀ, ਕਹਿੰਦੇ ਸਟੀਨਾ ਅੱਜ ਮੈਂ ਜੀਂਦਿਆਂ 'ਚ ਹੋ ਗਿਆ। ਮੈਂ ਸੋਚਿਆ ਹੀ ਨਹੀਂ ਸੀਗਾ ਕਿ ਮੇਰਾ ਦੁਨੀਆ ਤੇ ਨਾਮ ਹੋਏਗਾ। ਮੈਂ ਆਪਣੇ ਹਸਬੈਂਡ ਵੱਲ ਦੇਖ ਕੇ ਇੰਨੀ ਖੁਸ਼ ਹੋ ਰਹੀ ਸੀ। ਅਸੀਂ ਇਹ ਖੁਸ਼ੀ ਸੋਚੀ ਨਹੀਂ ਸੀ ਕਿ ਇੰਨਾ ਖੁਸ਼ ਹੋਵਾਂਗੇ ਅਸੀਂ ਕਦੀ ਲਾਈਫ ਦੇ ਵਿੱਚ। ਤੇ ਉਸ ਟਾਈਮ ਲੱਗਦਾ ਸੀ ਕਿ ਰਿਪੋਰਟ ਪੋਜ਼ਿਟਿਵ ਆਉਣ ਨਾਲ ਸਾਨੂੰ ਲੱਗਾ ਕਿ ਬੱਚਾ ਹੀ ਸਾਡੇ ਹੱਥ ਦੇ ਵਿੱਚ ਆ ਗਿਆ। 15 ਸਾਲ ਹੋ ਗਏ ਸੀ ਮੈਨੂੰ ਸਟਰਗਲ ਕਰਦੀ ਨੂੰ। IVF ਫੇਲ ਹੋ ਗਏ, ਮੈਡੀਸਨ ਖਾ ਕੇ ਦੇਖ ਲਈ, ਕੁਛ ਨਹੀਂ ਸੀ ਹੋ ਰਿਹਾ। ਜਦ ਇੰਨੇ IVF ਹੀ ਹੋ ਜਾਂਦੇ ਨਾ ਫਿਰ ਬੋਡੀ ਰਹਿੰਦੀ ਨਹੀਂ ਬੇਬੀ ਕਨਸੀਵ ਕਰਨ ਲਈ ਉਸ ਤਰ੍ਹਾਂ ਦੀ, ਕਿਉਂਕਿ ਬੋਡੀ 'ਚ ਇੰਨਾ ਟ੍ਰੀਟਮੈਂਟ ਹੋ ਚੁੱਕਾ, ਇੰਨਾ ਮੈਡੀਸਨ ਜਾ ਚੁੱਕਾ
ਤੇ ਬੋਡੀ ਨੈਚੁਰਲ ਤਾਂ ਕਨਸੀਵ ਕਰਦਾ ਸੀ, ਸੋਚ ਸੁਪਨੇ 'ਚ ਵੀ ਨਹੀਂ ਸੋਚ ਸਕਦੇ ਸੀ ਕਿ ਨੈਚੁਰਲ ਕਨਸੀਵ ਕਰੇਗੀ ਬੋਡੀ। ਪ੍ਰੈਗਨੈਂਸੀ ਮੇਰੀ ਬਹੁਤ ਸਹੀ ਚੱਲ ਰਹੀ ਸੀ, ਮੈਨੂੰ ਕੋਈ ਮਾਰਨਿੰਗ ਸਿਕਨੈਸ ਨਹੀਂ, ਕੋਈ ਫੀਵਰ ਨਹੀਂ, ਕੋਈ ਮੈਨੂੰ ਕੁਝ ਨਹੀਂ ਸੀ ਫੀਲ ਹੁੰਦਾ। ਪਰ ਅਚਾਨਕ ਹੀ 6 ਮਹੀਨੇ ਕੰਪਲੀਟ ਹੋਣ ਤੋਂ ਬਾਅਦ 7th ਮੰਥ ਸਟਾਰਟ ਹੁੰਦੇ ਹੀ ਮੇਰੇ ਪੇਨ ਸਟਾਰਟ ਹੋਈ ਤੇ ਪੇਨ ਕਾਫੀ ਜ਼ਿਆਦਾ ਸੀ। ਮੈਨੂੰ ਲੱਗਾ ਕਿ ਨਾਰਮਲ ਫਾਲਸ ਪੇਨ ਹੁੰਦੀਆਂ 7th ਮੰਥ 'ਚ, ਸ਼ਾਇਦ ਇਹ ਫਾਲਸ ਪੇਨ ਆ। ਪਰ ਜਦੋਂ ਪੇਨਸ ਇੰਨੀਆਂ ਜ਼ਿਆਦਾ ਹੋ ਗਈਆਂ, ਮੇਰੇ ਕੋਲ ਬਰਦਾਸ਼ਤ ਨਹੀਂ ਹੋਈਆਂ, ਮੈਂ ਆਪਣੇ ਡਾਕਟਰ ਨੂੰ ਕਾਲ ਕੀਤੀ ਕਿ ਮੇਰੇ ਪੇਨਸ ਹੋ ਰਹੀ। ਉਹ ਕਹਿੰਦੇ ਤੁਸੀਂ ਹਸਪੀਟਲ ਆ ਜਾਓ, ਅਸੀਂ ਚੈੱਕ ਕਰਦੇ ਹਾਂ। ਉਹਨਾਂ ਨੇ ਜਦੋਂ ਮੈਨੂੰ ਚੈੱਕ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਯੂਟਰਸ ਦਾ ਮੂੰਹ ਖੁੱਲ ਚੁੱਕਾ ਤੇ ਬੇਬੀ ਦੀ ਬੈਕ ਜਿਹੜੀ ਉਹ ਬਾਹਰ ਆ ਰਹੀ ਹੈ ਤੇ ਜੇ ਬੱਚਾ ਆਪਣੇ ਆਪ ਘੁੰਮ ਕੇ ਉੱਪਰ ਚਲਾ ਗਿਆ, ਅਸੀਂ ਯੂਟਰਸ ਨੂੰ ਸਟਿਚ ਲਗਾ ਦਾਂਗੇ, ਫਿਰ ਅਸੀਂ ਬੇਬੀ ਨੂੰ ਪੂਰਾ 9 ਮਹੀਨੇ ਰੱਖਾਂਗੇ ਤੇ ਸੀ ਸੈਕਸ਼ਨ ਨਾਲ ਬੇਬੀ ਚੱਕ ਲਾਂਗੇ। ਤੇ ਅਸੀਂ ਵੇਟ ਕੀਤੀ, ਅਸੀਂ ਐਡਮਿਟ ਹੋ ਗਏ ਤੇ ਰਾਤ ਨੂੰ ਇੱਕਦਮ ਮੇਰੇ ਫਿਰ ਦੁਬਾਰਾ ਪੇਨ ਸ਼ੁਰੂ ਹੋਈ 3:30 ਵਜੇ। ਮੈਂ ਕਾਲ ਕੀਤੀ ਡਾਕਟਰ ਨੂੰ, ਮੈਂ ਕਿਹਾ ਮੇਰੇ ਕੋਲ ਪੇਨ ਬਰਦਾਸ਼ਤ ਨਹੀਂ ਹੋ ਰਹੀ, ਕਾਫੀ ਪੇਨ ਹੋ ਰਹੀ। ਫਿਰ ਡਾਕਟਰ ਆਏ, ਉਹਨਾਂ ਨੇ ਚੈੱਕਅਪ ਕੀਤਾ, ਉਹ ਕਹਿੰਦੇ ਕਿ ਜ਼ਿਆਦਾ ਹੀ ਯੂਟਰਸ ਦਾ ਮੂੰਹ ਖੁੱਲ ਰਿਹਾ, ਬੇਬੀ ਬਾਹਰ ਆ ਰਿਹਾ, ਤੁਸੀਂ ਡਿਸੀਜਨ ਲਓ ਕਿ ਹੁਣ ਅਸੀਂ ਆਪਰੇਸ਼ਨ ਕਰੀਏ ਕਿ ਕਿੱਦਾਂ ਕਰੀਏ। ਮੇਰੇ ਹਸਬੈਂਡ ਨੇ ਡਿਸੀਜਨ ਲਿਆ ਕਿ ਅਸੀਂ ਆਪਰੇਸ਼ਨ ਲਈ ਜਾਵਾਂਗੇ। ਉਹਨਾਂ ਨੇ ਫਿਰ ਸੀ ਸੈਕਸ਼ਨ ਲਈ ਸਾਨੂੰ ਬੋਲਿਆ ਕਿ ਤੁਹਾਡਾ ਸੀ ਸੈਕਸ਼ਨ ਹੋਏਗਾ। ਤੇ ਆਪਰੇਸ਼ਨ ਦੇ ਵਿੱਚ ਮੈਂ ਡਾਕਟਰ ਨੂੰ ਪੁੱਛਿਆ ਆਪਰੇਸ਼ਨ ਤੋਂ ਪਹਿਲਾਂ ਕਿ ਡਾਕਟਰ ਬੇਬੀ ਦੇ ਬਚਣ ਦੇ ਚਾਂਸ ਕਿੰਨੇ ਆ। ਉਹਨਾਂ ਨੇ ਮੈਨੂੰ ਕਿਹਾ ਕਿ 50% ਚਾਂਸ ਆ, ਕਿਉਂਕਿ ਬੱਚਾ ਬਹੁਤ ਛੋਟਾ, ਹਾਲੇ ਉਹਦੇ ਲੰਗਸ ਵੀ ਡਿਵੈਲਪ ਨਹੀਂ ਹੋਏ। ਅਸੀਂ ਮਤਲਬ ਆਪਰੇਸ਼ਨ ਤਾਂ ਕਰਾਂਗੇ ਪਰ ਬੱਚੇ ਦੀ ਗਾਰੰਟੀ ਨਹੀਂ ਅਸੀਂ ਲੈ ਸਕਦੇ। ਫਿਰ 11 ਮਈ 2025 ਨੂੰ ਮੈਂ ਬੇਬੀ ਗਰਲ ਨੂੰ ਜਨਮ ਦਿੱਤਾ। ਬੇਬੀ ਕਾਫੀ ਵੀਕ ਸੀ ਤੇ ਉਹ ਬੱਚਿਆਂ ਵਾਲੇ ਹਸਪੀਟਲ ਮਸ਼ੀਨ ਦੇ ਵਿੱਚ ਸੀ। ਡਾਕਟਰ ਨੇ ਦੱਸਿਆ ਕਿ ਉਹਦਾ weight 700 ਗ੍ਰਾਮ ਹੈ ਤੇ ਉਹ ਕਾਫੀ ਸਰਵਾਈਵ ਕਰ ਰਿਹਾ ਸੀ। ਉਹਲੀ ਮੁਸ਼ਕਿਲ ਸੀ ਸਾਹ ਲੈਣਾ ਵੀ, ਕਿਉਂਕਿ ਲੰਗਸ ਨਹੀਂ ਡਿਵੈਲਪ ਹੋਏ ਸੀਗੇ। ਬੇਬੀ ਦੇ ਪਹਿਲੋਂ ਲੰਗਸ ਵਾਲੇ ਇੰਜੈਕਸ਼ਨ ਲੱਗੇ, ਫਿਰ ਉਹ ਪਲੇਟਲੇਟ ਘੱਟ ਸੀ, ਪਲੇਟਲੇਟ ਚੜੇ ਉਹਨੂੰ, ਫਿਰ ਉਹ ਬਲੱਡ ਘੱਟ ਸੀ, ਬਲੱਡ ਚੜਿਆ। ਬਹੁਤ ਜ਼ਿਆਦਾ ਬੱਚੇ ਨੇ ਟ੍ਰੀਟਮੈਂਟ ਲਿਆ। ਬੱਚਾ 12 ਦਿਨ ਵੈਂਟੀਲੇਟਰ ਤੇ ਵੀ ਰਿਹਾ। ਮੈਂ ਲਗਾਤਾਰ ਖਾਂਬਰਾ ਚਰਚ ਤੋਂ ਮਿਲਿਆ ਹੋਇਆ ਅਨੋਇੰਟਿੰਗ ਆਇਲ ਇਸ ਬੱਚੇ ਦੇ ਉੱਪਰ ਲਗਾਉਂਦੀ ਰਹੀ ਤੇ ਮੈਂ ਆਨਲਾਈਨ ਪ੍ਰੇਅਰ ਰਿਸੀਵ ਕਰਦੀ ਰਹੀ, ਖਾਂਬਰਾ ਚਰਚ ਤੋਂ ਪ੍ਰੇਅਰ ਕਰਵਾਉਂਦੀ ਰਹੀ। ਫਿਰ ਹੌਲੀ ਹੌਲੀ ਬੱਚੇ ਦੀ ਰਿਕਵਰੀ ਸਟਾਰਟ ਹੋ ਗਈ ਤੇ ਬੱਚਾ ਬਿਲਕੁਲ ਠੀਕ ਹੋ ਗਿਆ। ਡਾਕਟਰ ਨੇ ਵੈਂਟੀਲੇਟਰ ਵੀ ਉਤਾਰ ਦਿੱਤਾ, ਆਕਸੀਜਨ ਵੀ ਉਤਾਰ ਦਿੱਤੀ। ਜਦੋਂ ਬੇਟੀ ਨੂੰ ਹਸਪੀਟਲ ਤੋਂ ਛੁੱਟੀ ਮਿਲੀ ਤੇ ਅਸੀਂ ਬੇਟੀ ਨੂੰ ਘਰ ਨਹੀਂ ਲੈ ਕੇ ਗਏ, ਅਸੀਂ ਉਸ ਨੂੰ ਪਹਿਲਾਂ ਸਿੱਧਾ ਖਾਂਬਰਾ ਚਰਚ ਲੈ ਕੇ ਆਏ, ਅਸੀਂ ਗਵਾਹੀ ਨੂੰ ਚਰਚ ਲੈ ਕੇ ਆਏ ਤੇ ਬੇਬੀ ਹੁਣ ਬਿਲਕੁਲ ਠੀਕ ਹੈ, ਬੇਬੀ ਨਾਰਮਲ ਹੈ, ਬੇਬੀ ਬਿਲਕੁਲ ਖਾ ਪੀ ਰਿਹਾ ਆਪਣਾ ਸਹੀ, ਉਹਦਾ weight ਵੱਧ ਚੁੱਕਾ ਹੈ, ਬੇਬੀ ਅੱਗੇ ਨਾਲੋਂ ਕਾਫੀ ਹੈਲਦੀ ਹੈ ਤੇ ਉਹ ਲਗਾਤਾਰ ਚਰਚ ਵੀ ਆ ਰਹੀ ਹੈ। ਮੈਨੂੰ ਵਿਆਹ ਦੇ 15 ਸਾਲ ਬਾਅਦ ਪਰਮੇਸ਼ਰ ਨੇ ਬੇਬੀ ਨਾਲ ਬਲੈਸ ਕੀਤਾ, ਬੇਬੀ ਗਰਲ ਦੇ ਨਾਲ। ਉਹ ਬਿਲਕੁਲ ਠੀਕ ਹੈ। ਹੁਣ ਅਸੀਂ ਲਗਾਤਾਰ ਖੁਸ਼ ਹਾਂ ਆਪਣੀ ਫੈਮਿਲੀ ਦੇ ਵਿੱਚ, ਲਗਾਤਾਰ ਪਰਮੇਸ਼ਰ ਦੀ ਵਡਿਆਈ ਕਰਦੇ, ਧੰਨਵਾਦ ਕਰਦੇ ਨਹੀਂ ਥੱਕਦੇ। ਖੁਦਾ ਦਾ ਸ਼ੁਕਰ ਹੈ ਪਰਮੇਸ਼ਰ ਨੇ ਉਹਨੂੰ ਸੰਭਾਲ ਕੇ ਰੱਖਿਆ ਤੇ ਬੇਬੀ ਬਿਲਕੁਲ ਖੁਸ਼ ਹੈ, ਅਸੀਂ ਵੀ ਖੁਸ਼ ਹਾਂ, ਸਾਡਾ ਪਰਿਵਾਰ ਵੀ ਖੁਸ਼ ਹੈ। ਜਿਹੜੇ ਲੋਕ ਦੇਖ ਕੇ ਸਾਨੂੰ ਪਹਿਲਾਂ ਦਰਵਾਜ਼ੇ ਬੰਦ ਕਰ ਲੈਂਦੇ ਸੀ, ਉਹ ਸਾਨੂੰ ਹੁਣ ਖੁਸ਼ ਹੋ ਕੇ ਬੁਲਾਉਂਦੇ ਹਨ। ਬੱਚੇ ਦਾ ਕਰਕੇ ਸਾਨੂੰ ਆਪਣੇ ਘਰ 'ਚ ਇਨਵਾਈਟ ਕਰਦੇ ਹਨ। ਅਸੀਂ ਬਹੁਤ ਖੁਸ਼ ਹਾਂ, ਮੇਰਾ ਪੂਰਾ ਪਰਿਵਾਰ ਖੁਸ਼ ਹੈ। ਜਿਨ੍ਹਾਂ ਭੈਣਾਂ ਕੋ ਅੱਜ ਵੀ ਬੇਬੀ ਨਹੀਂ ਆ, ਮੈਂ ਉਹਨਾਂ ਭੈਣਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਦੇਖੋ, ਬਿਲਕੁਲ ਮੇਰੀ ਨਾ ਉਮੀਦੀ 'ਚ ਪਰਮੇਸ਼ਰ ਨੇ ਉਮੀਦ ਪੈਦਾ ਕਰ ਦਿੱਤੀ। ਮੇਰਾ ਵਿਸ਼ਵਾਸ ਆ ਜਿੱਦਾਂ ਪਰਮੇਸ਼ਰ ਨੇ ਵਿਆਹ ਦੇ 15 ਸਾਲ ਬਾਅਦ ਮੈਨੂੰ ਬੇਬੀ ਗਰਲ ਨਾਲ ਬਲੈਸ ਕੀਤਾ, ਪਰਮੇਸ਼ਰ ਤੁਹਾਨੂੰ ਵੀ ਬਲੈਸ ਕਰੇਗਾ। ਤੇ ਪਰਮੇਸ਼ਰ ਦੇ ਵਿੱਚ ਸੱਚਮੁੱਚ ਅੜੇ ਤੇ ਖੜੇ ਰਹੋ। ਇਸ ਵੱਡੀ ਆਸ਼ੀਸ਼ ਨੂੰ ਦੇਣ ਦੇ ਲਈ ਮੈਂ ਖੁਦਾ ਦਾ ਧੰਨਵਾਦ ਕਰਦੀ ਹਾਂ, ਖੁਦਾ ਦੇ ਦਾਸ ਦਾਸੀ ਦਾ ਧੰਨਵਾਦ ਕਰਦੀ ਹਾਂ। ਸਾਰਿਆਂ ਨੂੰ ਜੈ ਮਸੀਹ ਦੀ। तारीफ करें एक बार जोर से तालियों के साथ, ऊंची आवाज बोले हालेलुया। ये टेस्टमनी जो गवाही आपने सुनी है, 15 साल की शर्मिंदगी को परमेश्वर ने खत्म किया, बेबी के साथ आशीष किया। आज जितने दिन आप परमेश्वर के घर में हैं, आज आपकी शर्मिंदगियों का आखिरी दिन है प्रभु यीशु मसीह के नाम में। और अपनी गवाही को, अपनी चंगाई को आज आप लेके वापिस जाओगे यीशु मसीह के सामर्थी नाम में। ऊंची आवाज में गए हालेलुया। तो आइए सब जन इस तरह से बैठे रहें आराम से आत्मा में। आइए हम और टेस्टमनीज को देखते हैं और सुनते हैं। बहन आप बताएं आपका नाम क्या है और आप रहने वाले कहाँ के हैं? मेरा नाम लक्ष्मी है, मैं आसाम की रहने वाली हूँ। ओके, मई 2017 में आपकी शादी हुई थी जी। ओके, क्या टेस्टमनी उसके बाद क्या हुआ आपके जीवन में? परमेश्वर ने मुझे 2017 में मेरी शादी हुई थी, तो परमेश्वर ने मुझे 2 बेटी के साथ ब्लेस किया था। तो मैं खुश थी, अच्छी सी थी, मैंने हैप्पी फैमिली थी। तभी मेरे सभी के बेटे थे, हमारे बेटे नहीं थे। तो थोड़ा बच्चे लोग बोलते थे जो सभी के भाई है, हमारे भाई नहीं है,
हमें भाई की ज़रूरत है, मम्मी हमें भाई दो, परमेश्वर हमें भाई कब देंगे। तो मैं सोची नहीं थी जब मैं फिर से बेटे को जन्म दूंगी बोल के। तो मैंने ऑनलाइन प्रार्थना हो रहा था पापा जी का। तो उसके बाद जब आप थर्ड टाइम प्रेग्नेंट हुए, लोग क्या बोलते थे आपको उस समय? सब बोलते थे जे बेटी होगी, हमने तो सोचा था बेटे होंगे, किंतु बेटी हुई, दो बेटी हुई हमारे। सब हमें बुरा बोलते थे, हमारा वंश बढ़ाने वाला कोई नहीं था। बेटी तो शादी करके चली जाएगी, तुम तो अकेले रह जाओगे, तुम्हारा वंश कहाँ है। लोग ऐसे ऐसे ताने देने आपको उन्होंने शुरू कर दिए थे जी, जिसकी वजह से आपके मन में ये उम्मीद थी कि मेरे पास 2 बेटियां हैं और एक बेटा भी होना चाहिए। तो मैंने परमेश्वर का ऑनलाइन प्रार्थना देखा, प्रभु के दास ने प्रार्थना किया था बेटे की प्रार्थना को। जब मैंने देख रही थी, बेड में बैठ के देख रही थी, तो मैंने प्रभु को दास को देखा प्रार्थना करते, तो मैंने पेट में हाथ रख के मैंने वो प्रार्थना को रिसीव किया। उस प्रेयर को जब इन्होंने ग्रहण किया, उसको हम एक बार देखते हैं फुल स्क्रीन पे। बहुत से न्यूबॉर्न बेबी, नए बच्चे 2025 में एंटर करने वाले हैं आपकी लाइफ। मैं आपको बता रहा हूं, परमेश्वर 2025 में लाइन लगाने वाला है आपके घर। मैं आपको बता रहा हूं, बहुत से बच्चे चर्च में लाइन लगने वाले बच्चों की गवाही होगी। यीशु के नाम में तुम्हारे गर्भ को ब्लेस करता हूं। गर्भ पे हाथ रखो, यीशु के नाम में फल लेके आओ। यीशु के नाम में शैतान निकल जाए, यीशु के नाम में गर्भ खुल जाए, यीशु मसीह के नाम में फल लाओ, सारी शर्मिंदगी आउट यीशु मसीह के नाम में। आमीन ऊंचा आशीष हमारी, मैंने कहा आमीन ऊंचा आशीष हमारी है। हालेलुया। जब आपने प्रार्थना को पूरे विश्वास के साथ रिसीव किया, क्या हुआ उसके बाद फिर आपके जीवन में? उस तरफ जब मैंने प्रार्थना को रिसीव किया तो मुझे ठंडा महसूस हुआ, हल्का महसूस हुआ, मुझे बहुत सुकून आया, जैसे कोई चीज़ ऊपर से मेरे बदन में उतरी है, ऐसा महसूस हुआ मुझे। और प्रेयर को रिसीव करने के बाद परमेश्वर ने आपको और आपके बेबी को संभाल के रखा। पूरे 9 मंथ संभाल के रखा मेरी बेबी को, कोई बीमारी नहीं, अच्छे से हेल्दी बॉय से मुझे परमेश्वर ने मुझे ब्लेस किया। बेटे के साथ परमेश्वर ने आशीष किया है। और जीसस, तारीफ करें प्रभु यीशु मसीह के नाम को महिमा दें। अपने हाथों को हिलाए कलीसिया, थैंक यू जीसस बोलते हुए जोर से तालियों के साथ परमेश्वर के नाम को महिमा दें। इस गवाही के लिए, सद्बुद्ध ब्लेसिंग के लिए। आज जो लोग यहाँ पे मौजूद है, आप जानते हैं बाइबल में लिखा है कि परमेश्वर ने हमारी शर्मिंदगियों को उठा लिया है, यानी अब हमें शर्मिंदगी के नीचे रहने की जरूरत नहीं है। आज जितने परिवार, जितनी बहनें भाई ऐसे यहाँ पे मौजूद हैं कि आपकी शादी को सालों साल हो चुके हैं, प्रेगनेंसी नहीं हो रही, बेबी नहीं हो रहा, आज जब आप प्रेयर को ग्रहण करोगे प्रभु के घर से, आप खाली वापस नहीं जाएंगे। प्रभु यीशु मसीह के नाम में अपनी गवाही को ग्रहण करने के लिए तैयार हो जाओ। बड़ी गवाही के साथ अब वापिस आने वाले यीशु मसीह के नाम में ऊंची आवाज में थैंक यू जीसस। नगर परिवार किसे गलती, ओ रखदा खबर घर पल, ओ मेरा खुदा है, ओ जिंदा खुदा है, मेरा खुदा है, जिंदा खुदा है, कर बिक्र होने वाले गलती, नगर परिवार किसे गलती। तारीफ करते जाएं जोर से तालियों के साथ इन बड़ी बड़ी गवाहियों के लिए। थैंक्स करते जाएं उस जीवित परमेश्वर प्रभु यीशु मसीह के नाम को महिमा देते जाएं। इसी तरह से नेक्स्ट गवाही हरियाणा फतेहाबाद चर्च ब्रांच से सिस्टर काजल की गवाही है। ये बहुत अद्भुत टेस्टमनी है इनकी गवाही की। 4 साल से इस बहन को एक तरह से आप बोल सकते हैं कि पागल हो चुके थे पूरी तरह से। स्कूल से भाग जाते थे, हॉस्टल छोड़ दिया था, लोगों ने इन्हें पागल कहना शुरू कर दिया था। और आज ये हमारे साथ लाइव जुड़े हुए हैं, तो हम इनकी टेस्टमनी को सुनते हैं कि क्या आप बता रही हैं अपनी गवाही में। मेरा नाम काजल है। मैं हरियाणा फतेहाबाद ब्रांच से अपने जीवन की सबसे बड़ी गवाही को देने जा रही हूँ। 4 साल पहले मेरे ऊपर किसी ने जादू कर दिया था और मुझे फिट्स पड़ने लगे और मैं 10-10 मिनट तक बेहोश रहती थी, बॉडी ठंडी पड़ जाती थी। वीक में 3-4 बार मेरे साथ ऐसा होता था। उसके बाद मैं डिप्रेशन में चली गई।
डिप्रेशन में मेरे कुछ सुसाइड थॉट्स आते थे और मैंने 3 बार मरने की कोशिश की। हॉस्टल पर भी मेरे ऊपर सेम अटैक होते थे और मैं बीमार रहती थी, बॉडी में टाइफाइड रहता था। मेरी फैमिली वाले मुझे डॉक्टर के पास लेकर गए। डॉक्टर ने बताया कि टाइफाइड और डिप्रेशन है, मेडिसिन खाई लेकिन कोई फर्क नहीं पड़ा। मेरी इस कंडीशन को देखकर मेरे रिलेटिव ने मुझे मेरे चच्चे के बारे में बताया। मैं मेहनत करती थी, मार्च 2025 को मैंने मार्च प्रेयर को रिसीव किया। उसके बाद मुझे वोमिट आई और हल्का पेन महसूस हुआ। उसके बाद आज तक मैं बिल्कुल फ्री हूँ। इस कार्य के लिए मैं खुदा का धन्यवाद करती हूँ। तारीफ करें सबसे जोर से तालियों के साथ। कलीसिया, अगर आपने ध्यान से इनकी टेस्टमनी को सुना तो इन्होंने बताया कि जब 4 साल पहले इनके ऊपर किसी ने जादू टोना कर दिया था और उसी टाइम इनको दौरे पड़ने शुरू हो चुके थे। इनकी बॉडी पूरी तरह से बर्फ की तरह ठंडी पड़ जाती थी, बेहोश हो जाते थे ये। उसके बाद हॉस्टल में गए, वहां से भी इनको निकाल दिया। जो इनके साथ लड़कियां रहती थी वो इन्हें पागल पागल कहती थी। पूरी तरह से डिप्रेशन में जा चुके थे, अपने आप को रूम में बंद कर लेते थे। 3 बार इन्होंने मरने की कोशिश की और पूरी तरह से लाइफ डिस्टर्ब हो चुकी थी, बीमारियां लाइफ में एंटर हुई। और उसके बाद ऐसी हालत को देखकर किसी ने इनको चर्च के बारे में, अंकुनुला मिनिस्ट्री के बारे में बताया और लगातार ये चर्च के साथ जुड़े रहे। फिर 9 मार्च 2025 को ये ब्रांच में मौजूद थे और उस दिन परमेश्वर के दास ने जब फायर प्रे की और उस प्रार्थना को पूरे विश्वास के साथ इस बहन ने अपने लिए रिसीव किया और जैसे प्रार्थना को रिसीव किया वो जादू टोना इस बहन को छोड़ के गया, वो पागलपन इस बहन को छोड़ के गया। और उस दिन के बाद ये पूरी तरह से उस जादू टोने से, उस डिप्रेशन से आजाद हो चुके हैं। जोर से तालियों के साथ इस बड़ी गवाही के लिए थैंक्स करते जाएं परमेश्वर का, क्योंकि परमेश्वर के वचन में लिखा है कि याकूब के घराने पे कोई भी जादू टोना, कोई भी तंत्र मंत्र नहीं चल सकता। और यही वचन इस बहन की लाइफ में पूरा हुआ और परमेश्वर ने एक बड़ी गवाही के साथ खड़ा किया। जोर से तालियों के साथ थैंक्स करते जाएं परमेश्वर का। आइए हम नेक्स्ट टेस्टमनी को सुनेंगे। ये गया चर्च ब्रांच बिहार से टेस्टमनी है सिस्टर सीमा कुमारी की कि 5 साल पहले इनके ऊपर जादू टोना हुआ था, जिसकी वजह से अजीब सी घटनाएं इनके साथ होना शुरू हुई थी। और उसके बाद इन्होंने बहुत सारा नशा करना शुरू किया, यानी इनका जो जीवन था वो टोटली पाप के नीचे था और बहुत ज़्यादा ये अपनी लाइफ में डिस्टर्ब हो चुके थे, अपने आप को ख़त्म करने की कोशिश करते थे, यानी कोई उम्मीद इनके जीवन में नहीं थी कि ये बच पाएंगे। तो आज ये बहन हमारे साथ लाइव जुड़े हैं, तो आइए इन्हीं के मुंह से सुनते हैं कि परमेश्वर ने इनके जीवन में कैसे इनको उस प्रॉब्लम में से, उन बीमारियों में से, उन दुखों में से आज़ाद करके एक नया जीवन दिया। सबको जय मसीह की। मेरा नाम सीमा है, मैं बिहार ब्रांच से अपनी गवाही देने जा रही हूँ। 5 साल पहले किसी ने मेरे ऊपर जादू टोना कर दिया था, जिस कारण मुझे शैतानी अटैक होते थे। मैं गंदा सपना देखता था, खून के छींटे देखते थे। मैं डिप्रेशन में भी जा चुकी थी, जिस कारण मेरे सिर में ज़्यादा दर्द रहता था। मुझे मरने का भी मन करता था। मैं किसी से बात करना पसंद नहीं करती थी, ज़्यादातर अकेले रहती थी। कोई मुझसे बात करता था, मैं गुस्से में अपने घर का सामान तोड़ देती थी, जिस कारण मैं नशे भी करती थी। नशे बीड़ी का और शराब का नशा करती थी। मेरे मुंह में जख्म बनना शुरू हो गया था। मैंने 7 डॉक्टर को दिखाया, मेडिसिन भी खाया। डॉक्टर बोलते थे नहीं ठीक होगा तो ये कैंसर बन सकता है। ये प्रॉब्लम, मुंह का प्रॉब्लम मेरे घर में पूरे फैमिली को था। मैं परेशान हो चुका था। मेरे हालात को देखकर मेरे भाई ने परमेश्वर के बारे में बताया। जब मैं पहली बार चर्च में आया, गवाहियों को सुना, विश्वास बना। एक दिन मैं खामरा चर्च में मौजूद थी, जब परमेश्वर के दास ने प्रार्थना किया, मैं अपने लिए रिसीव किया। उस दिन से मैं पूरी तरह से आज़ाद हूँ। कोई शैतानी अटैक नहीं होता, कोई नशा नहीं करती, कोई डिप्रेशन नहीं है। मैं पूरी तरह से आज़ाद हूँ। इस बड़े छुटकारे के लिए मैं परमेश्वर के दास दासी का धन्यवाद करती हूँ। हालेलुया, हालेलुया। तारीफ करें एक बार जोर से पहले परमेश्वर मसीह के नाम को महिमा दें, क्योंकि जब इनके ऊपर ये अटैक होने शुरू हुए थे, उसके बाद इनको घर में खुली आंखों से भी और सपनों में भी इनको ब्लड दिखाई देना शुरू हुआ। ऐसा लगता था कोई इनके साथ चल रहा है। और उसके बाद इनकी हालत जो थी पागलों की जैसी हो चुकी थी। हर टाइम दिमाग में मरने के ख्यालात चलते रहते थे। अपना सिर ये दीवारों में मारते थे, सामान की तोड़फोड़ करते थे। और इसी वजह से 5वीं क्लास में ही इनकी जो स्टडी थी वो बंद हो चुकी थी। टोटली ये डिस्टर्ब हो चुके थे। इनके फादर नशा करते थे और उनको देखकर इन्होंने भी नशा करना शुरू कर दिया। और एक दिन में शराब की 2-2, 3-3 बॉटल्स लेते थे, बीड़ी का नशा करते थे, मुंह में जख्म बन गए।
और ब्लड और गंदगी निकलती थी, कुछ भी खा पी नहीं पाते थे, ना ही बोल पाते थे। डॉक्टर ने भी साफ साफ इनको कह दिया था कि अगर इन्होंने नशा ना छोड़ा तो इनके मुंह के अंदर एक कैंसर बन सकता है। और इनको अलग अलग 7 हॉस्पिटल में ले जाया गया इलाज के लिए, ट्रीटमेंट चलता रहा, लेकिन कोई फर्क नहीं, मेडिसिन खाते रहे। फिर जब 20 अप्रैल 2025 की मीटिंग को इन्होंने चर्च में अटेंड किया, परमेश्वर की सामर्थ्य हुआ, तो बॉडी में एकदम से इनको हल्का फील हुआ। और उसके बाद जब इन्होंने चेक करके देखा, वो नशा इनके जीवन में से जा चुका था, वो कैंसर बीमारियां इनके जीवन में से जा चुकी थी, पागलपन के दौरे बंद हो चुके थे। और उसके बाद आज 1 साल से ज्यादा समय हो चुका है, ये बहनें पूरी रीति के साथ आजाद हो चुके हैं, परमेश्वर से नया जीवन प्राप्त कर चुके हैं। तो अपने हाथों को उठाएं, प्रभु यीशु मसीह के नाम को महिमा दें, ऊंची आवाज में तालियों के साथ सब परमेश्वर का थैंक्स करें, सब जीवित परमेश्वर के नाम को महिमा दें। इस डिलीवरेंस के लिए, इस बड़े छुटकारे के लिए परमेश्वर की तारीफ करते जाएं। और आज भी जो लोग ब्रांचेस में बैठे हुए हैं, जो लोग ऐसे हैं जो नशे की हालत में हैं, आपके जीवन में से नशा जा नहीं रहा है, बीमारियां जा नहीं रही है, तो सेम ग्रेस जो यहाँ पे मेन हेड चर्च में आज ब्रांचेस में, आप वैसे ही बड़े मिरेकल्स को, बड़ी गवाहियों को रिसीव करने पाओगे यीशु मसीह के नाम में। तो एक बार जोर से तालियों के साथ चर्च ब्रांचेस, ऑनलाइन व्यूअर्स, थैंक यू जीसस बोलते हुए उस जीवित है खुदावंद यीशु मसीह के नाम को महिमा दे। भाई आप बताएं, आपका नाम क्या है? हमारा नाम जोगेंद्र है, हम यूपी चंदौली से रहने वाले हैं और हम अपने नशे की गवाही दे रहे हैं कि जब 22 साल से आप नशा करते थे, पिछले 22 सालों से? 12 साल के थे तब से ही नशे करने शुरू कर दिए थे और गलत संगति की वजह से बहुत डिप्रेशन, मतलब ये बहुत सबको बहुत से जगह गए मगर कहीं से हमको छुटकारा नहीं मिला। आप क्या क्या नशा करते थे उस समय? दारू, गांजा, सुरती और भांग, उसके बाद वो क्या बोलते हैं, टोडा, भूसी, मतलब कोई ऐसा जो चीज नहीं था जो चीज नहीं किए थे। मतलब उस समय जो भी नशा मिलता था आप सब नशा कर लेते थे उस समय? जी। ओके, आपके परिवार को पता था कि आप नशा करते हैं? जी, हमारे परिवार वाले बहुत से दवा करवाए, बहुत से जगह पे गए मगर हमको कहीं से छुटकारा नहीं मिला और ना हमको शांति मिला और चोरी दवा भी दिया जाता था, उसके बाद भी हमारा नशा नहीं छूटता था। आपको नशा छुड़ाने की मेडिसिन भी दी जाती थी परिवार की तरफ से? जी। पर फिर भी नशा नहीं छूट रहा था? नहीं। और एक दिन में कितनी शराब पी लेते थे? 12-13 बोतल 14 बोतल, खाना नहीं मिलता था। उसके बाद हमको दारू केवल चाहिए था और दारू नहीं मिलता था तो ठेके वालों को मारपीट करते थे और ठेके पे जा करके उनको शटर खोलवाते थे। 10 बजे के बाद दारू नहीं मिलता था तो उनको आपको इतनी ज्यादा तलब लगती थी कि आप नशे के बिना 1 मिनट भी रह नहीं पाते थे? जी, 1 मिनट भी नहीं रह पाते ओके, थे। काम क्या करते थे आप? काम वही वेल्डिंग का काम करते थे, अपना बिजनेस था। उसके बाद इधर उधर काम करते थे, जो पैसे आता था सब नशे में उड़ा देते थे। और उसके बाद कई बार इतना ज्यादा नशा आपने किया होता था कि बाहर गलियों में, सड़कों में ऐसे गिरे पड़े रहते थे? जी। तो कौन संभालता था? घर कौन छोड़ने आता था वापस फिर? अब हमको बहुत बढ़िया, पहले से फिर जब आप नशा करके गलियों में, सड़कों में ऐसे गिरे पड़े रहते थे जी, तो कौन फिर उठा के लेके आता था वापस? घर वाले लाते थे। उसके बाद पुलिस भी लेकर जाती थी, फोन करते थे कि अब हम मर जाएंगे, अब हमको तुम लोग ऐसे ऐसे बोलते थे तो एम्बुलेंस भी बुला देते थे। एम्बुलेंस आकर के और हॉस्पिटल में ले जाती थी। फिर डॉक्टर भी परेशान होते थे और जब हॉस्पिटल में जाते थे तो नशे उतरने के बाद फिर हम हॉस्पिटल से भी भाग जाते थे। और नशे के चक्कर में आपने घर का बहुत सारा सामान बेच दिया था? जी। जैसे क्या मतलब क्या बेचा? गैस बेचे, मतलब सोना चांदी, औरत का गहना, बहुत कुछ, सब कुछ बेच दिए। आपकी वाइफ के जो गहने थे उसके पास वो भी बेच दिए? सब बेच दिए। घर का गैस सिलेंडर तक बेच दिया आपने? जी। और एक प्लॉट भी आपने सेल कर दिया था? हाँ जी। कितने लाख रुपए का था वो? 11,25,000 में बेचे थे। 11,25,000 का क्या किया फिर? वो सब दारू पीने के चक्कर, वो सब खत्म हो गया, नशे में ही खत्म हो गया? खत्म हो गया। और आपको पता भी था कि नशा गलत है? आपने कभी कोशिश की कि मैं छोड़ दूं इस चीज को? कोशिश किए थे मगर छूट नहीं पाता था। तो लोग क्या बोलते थे आपके ऐसे जीवन ये को? पागल है, ये नशेड़ी है, इसको हमको कोई मतलब रिलेशन में भी नहीं पूछते थे
कि हम उसको बुलाएंगे तो दारू पी करके आएगा, मार करेगा, हमारे यहाँ आकर के इसकी वजह से हमको नहीं बुलाते थे। और बहुत बार आपका एक्सीडेंट भी हुआ नशे के कारण? और हमारा एक्सीडेंट भी 5-6 बार के का 7 बार 8 बार के ऊपर अंदाज नहीं है कि कितना एक्सीडेंट हुआ, मगर डॉक्टर ने भी जवाब दे दिया था कि इनका काम खत्म हो गया, मगर फिर भी बचे हुए हैं। दारू के पीने की वजह से हम कितने अपने बॉडी को खराब किए, मगर परमेश्वर ने हमको नया जीवन दिया। ओके, आप नशे के चक्कर में लाखों रुपए आपके ऊपर कर्जा भी हो चुका था? जी, 35 से 40 लाख के आसपास कर्जे भी हो गए। और डिप्रेशन में थे, कुछ भी समझ नहीं आ रही थी कि क्या करना है। आपने आपको खत्म करने की भी कोशिश की, बहुत कोशिश की, मगर हम नहीं खत्म कर पाए। ओके, आपको फिर यहाँ का चर्च के बारे में कब और कैसे? ऑनलाइन देखते हुए, मगर 2024 में प्रोफेसी रिसीव किया, मगर वैसे लगा कि हमारे जीवन से कुछ निकल के गया है। ओके, जब मार्च 2024 में इन्होंने मीटिंग को अटेंड किया, उस मीटिंग के दौरान जब प्रार्थना हुई तो इन्होंने पूरे विश्वास के साथ अपने लिए उस प्रेयर को रिसीव किया। यीशु मसीह के नाम में चंगे हो जाओ और आजाद हो जाओ, नशे के रोगों से आजाद हो जाओ। आमीन। ऊंचा ये आशीष आपकी है। मैंने कहा आमीन, ऊंचा ये आशीष आपकी है। जब आपने प्रार्थना को रिसीव किया जी, क्या हुआ उसके बाद फिर आपकी लाइफ में? अब हम बहुत बढ़िया शांति पूर्वक है। अब लड़ाई झगड़ा नहीं होता है, नशे से आजाद हो चुके हैं। अभी कितने समय से आपने कोई नशा नहीं किया? जी, एकदम कोई नशा नहीं। कितने महीने हो गए नशा छोड़े हुए आपको? अब लगभग 2-2.5 साल हो गए, 2 साल हो गया, 2.5 साल क्या। अब कोई नशा नहीं, कोई तलब नहीं है? नहीं, डिप्रेशन, बेविचार, सब कुछ से आजाद हो गए। अभी परिवार वाले क्या बोलते फिर आपको देख के? आपको बोलते हैं कि इसका तो परमेश्वर ने जीवन बदल दिए, और ये बोलते हैं लोग कि धर्म बदल देते हैं। वो जिंदा जीवित परमेश्वर हैं। उस ईश्वर ने जगत से ऐसा प्रेम किया कि अपना एक लौता पुत्र दे दिया, ताकि जो कोई विश्वास करे हो तो वो नाश न होए, और पूरे मानव जाति के लिए यीशु मसीह क्रूस पे लहू बहाए हैं, एक लोग के लिए नहीं बहाए हैं। और वो जिंदा हैं और जिंदा आने वाले हैं बादलों पे। चमत्कार करता तेरे जैसा कोई नहीं, तेरे जैसा कोई नहीं। तारीफ करें एक बार जोर से जो काम खुदावन ने इस भाई के जीवन में किया है। अगर आप में से यहाँ कोई ऐसा व्यक्ति है जो नशा करता है, आप इनकी गवाही को सुन के आप समझ चुके हैं कि नशे के कारण लाइफ कैसी है। नशे के कारण सिर्फ एक व्यक्ति जो नशा करता है वो ही नहीं, बल्कि पूरा परिवार सफर करता है, पूरा परिवार मुश्किलें झेलता है। तो आज 1 साल 1.5 साल के करीब हो चुका है, ये भाई नशे से आजाद हैं, पागलपन से आजाद हैं, बीमारियों से आजाद हैं, हर तरह की जो शैतान की योजना थी उससे आजाद हैं। तो अपने हाथों को उठा के खुदावंद यीशु मसीह के नाम को महिमा दे ऊंची आवाज में, तालियों के साथ कलीसिया प्रभु यीशु मसीह के नाम को महिमा दे ऊंची आवाज में। थैंक यू जीसस। तू महान सामर्थी, योग्य तेरा नाम, यीशु तेरा नाम सामर्थी। हालेलुया। तारीफ करें इन टेस्टिमनीज के लिए जो आप सुन रहे हैं कि परमेश्वर किस तरह से लोगों के जीवनों को परिवर्तन कर रहे हैं। और जब आप बोते हैं परमेश्वर के कामों के लिए तो परमेश्वर फाइनेंशियली आपको ब्लेस करते हैं, आपके रास्तों को ओपन करते हैं। ये टेस्टिमनीज जो आपके सामने खड़ी है, परमेश्वर ने इनकी लाइफ में अद्भुत रीति के साथ कार्य किया। सिस्टर सोनी देवी बिहार के रहने वाले हैं। परमेश्वर ने अपनी नई प्रॉपर्टी के साथ, अपनी लैंड के साथ इनको ब्लेस किया है, जिसकी सालों से वेट कर रहे थे। बोने के बाद खुदावन ने रास्ते ओपन किए। तो प्रभु के नाम को महिमा दे तालियों के साथ इस ब्लेसिंग के लिए। ब्रदर बब्बू अरोड़ा ये मोगा के रहने वाले हैं। गवाही दोनों की हस्बैंड वाइफ की कि परमेश्वर ने कनाडा के सुपर वीजा के साथ इनको ब्लेस किया, परमेश्वर ने रास्ते ओपन किए और गुड न्यूज के साथ परमेश्वर ने ब्लेस किया।
ब्रदर जावेद मसीह गुरदासपुर के रहने वाले हैं कि काफ़ी सालों से इनके ऊपर एक कोर्ट केस था और परमेश्वर ने उस कोर्ट केस से इनको आज़ाद किया, परमेश्वर ने रिहाई दी है और ये भाई पूरी तरह से उससे छूट चुके हैं। तो तारीफ करें परमेश्वर के नाम को, महिमा देते जाएं। ब्रदर आशीष ये बटाला के रहने वाले, ये गवाही इनके छोटे ब्रदर की है कि परमेश्वर ने इनके भाई को कनाडा के वीज़ा के साथ ब्लेस किया है, वो कनाडा पहुंच चुका है। तो परमेश्वर की तारीफ करें इस ब्लेसिंग के लिए। सिस्टर किरण गुरदासपुर के रहने वाले, काफ़ी सालों से ये वेट कर रहे थे कि परमेश्वर इनके लाइफ में फाइनेंशियली वेज ओपन करे और सचमुच खुदावन ने काम किया और इस बहन को परमेश्वर ने अपनी प्रॉपर्टी के साथ, नई लैंड के साथ खुदावन ने ब्लेस किया है। तो अपने हाथों को उठाए तालियों के साथ परमेश्वर का थैंक्स करें। अगर आप विश्वास करते हैं तो नेक्स्ट आप होंगे यीशु मसीह के नाम में जो पुलपिट के ऊपर अपनी फाइनेंशियल ब्लेसिंग की गवाही के साथ खड़े होंगे। ऊंची आवाज में बोले हालेलुया, ऊंची आवाज में हालेलुया। आइए अपने स्थानों के ऊपर खड़े हो जाएं सब भाई सब बहनें, अपने हाथों को उठाएं सब जन स्वर की ओर। सब भाई सब बहनें अपनी आंखों को बंद करें, अपने हाथों को उठाएं सब जन स्वर की ओर। तू खोज खुदावंद का